Hello everyone. We're just waiting for everybody to start joining. Well, welcome everyone. We'll wait for another 2 minutes so that everybody can join. And then we'll have Mr. Chetan Chaudhary along with us, the president of Punjab University. Welcome to Pure Mirror and a very good evening to all of you. Okay. Yes, finally आ गए. Somewhere here. जी हाँ, we're waiting for Chetan to get along with us so that he can help all of us. Just a minute. Please. Just a minute, everybody. We're waiting for him. All right. Hi, Chetan. Welcome to Pure Mirror. Hello everyone. Hello. Thank you so much for ਆਉਣ ਵਾਸਤੇ ਅੱਜ ਐਂਡ ਬਹੁਤ ਕੁਐਰੀਜ਼ ਵਗੈਰਾ ਹੈਗੀਆਂ ਨੇ ਸਟੂਡੈਂਟਸ ਨੂੰ ਰਿਲੇਟਡ ਟੂ ਐਗਜ਼ਾਮਸ ਐਂਡ ਐਵਰੀਥਿੰਗ ਪਰ ਪਹਿਲਾਂ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਐਡਾ ਪੈਂਡੇਮਿਕ ਵਗੈਰਾ ਚੱਲ ਰਿਹਾ ਹੈ ਐਂਡ ਕੋਵਿਡ ਕਰਕੇ देयर आर अ लॉट ऑफ प्रॉब्लम्स गोइंग ऑन व्हाट आर योर थॉट्स अबाउट इट ਔਰ ਤੁਸੀਂ ਕਿਵੇਂ ਕੋਪ ਅਪ ਕਰ ਰਹੇ ਹੋ ਸਭ ਨੂੰ ਲੈ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਹੈ ਸਾਰੇ ਸਟੂਡੈਂਟਸ ਜਿਹੜੇ ਵੀ ਸਾਨੂੰ ਦੇਖ ਰਹੇ ਨੇ ਤੇ ਯੂਨੀਵਰਸਿਟੀ ਦੇ ਕਾਲਜਸ ਦੇ ਪੰਜਾਬ ਦੇ ਦੇਸ਼ ਦੇ ਜਿੰਨੇ ਵੀ ਸਟੂਡੈਂਟਸ ਨੇ ਖੁਸ਼ਹਾਲ ਹੋਣਗੇ ਤੇ ਤੰਦਰੁਸਤ ਹੋਣਗੇ ਆਪਦੇ ਘਰਾਂ 'ਚ ਤੇ ਸਾਰਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਪੈਸ਼ਲੀ ਸਟੂਡੈਂਟ ਕਮਿਊਨਿਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਲੜਾਈ ਲੜੀ ਹੈ ਕਰੋਨਾ ਦੇ ਖਿਲਾਫ ਹੁਣ ਤੱਕ ਜਿਹੜਾ ਪਿਛਲੇ 2 ਮਹੀਨੇ ਤੋਂ ਇਹ ਇੱਕ ਮਹਾਮਾਰੀ ਸਾਡੇ ਦੇਸ਼ 'ਚ ਫੈਲੀ ਹੋਈ ਹੈ ਤੇ ਮੈਂ ਬਹੁਤ ਵਧਾਈ ਦਿੰਦਾ ਸਾਰੀ ਸਟੂਡੈਂਟ ਕਮਿਊਨਿਟੀ ਨੂੰ ਤੇ ਬਹੁਤ ਬਹੁਤ ਧੰਨਵਾਦ ਪੀਯੂ ਮਿਰਰ ਦਾ ਅੱਜ ਜਿਨ੍ਹਾਂ ਨੇ ਕੀ ਲਾਈਵ ਸੈਸ਼ਨ ਰੱਖਿਆ ਸਟੂਡੈਂਟਸ ਦੀ ਕਾਫੀ ਕੁਐਰੀਜ਼ ਆ ਰਹੀਆਂ ਸੀ ਕਾਫੀ ਦਿਨਾਂ ਤੋਂ ਐਗਜ਼ਾਮ ਦੇ ਰਿਲੇਟਡ ਹੋਰ ਵੀ ਬਹੁਤ ਸਾਰੀ ਚੀਜ਼ਾਂ ਰਿਲੇਟਡ ਜਿਨ੍ਹਾਂ ਦੇ ਰਿਲੇਟਡ ਅੱਜ ਅਸੀਂ ਗੱਲ ਕਰਾਂਗੇ ਥੈਂਕ ਯੂ ਜੀ ਬਿਲਕੁਲ ਤਾਂ ਪਹਿਲਾਂ ਤਾਂ ਵੈਸੇ ਕੰਗ੍ਰੈਚੁਲੇਸ਼ਨ to all the student leaders who put in a lot of contribution during this pandemic ਤੁਸੀਂ ਲੰਗਰ ਵਗੈਰਾ ਲਾਏ ਤੇ ਬਹੁਤ ਸੇਵਾ ਕੀਤੀ ਸਾਰਿਆਂ ਦੀ ਥੈਂਕ ਯੂ ਸੋ ਮਚ ਕਾਫੀ ਨੋਟਿਸ ਹੋਇਆ ਸਭ ਕੁਝ ਮੇਜਰ ਇਸ਼ੂ ਇਸ ਟਾਈਮ ਐਗਜ਼ਾਮਸ ਔਰ ਬੇਸਿਕਲੀ ਇਵਨ ਮੋਰ ਦੈਨ ਦੈਟ ਆਊਟਗੋਇੰਗ ਸੈਮੈਸਟਰਸ ਦੀ ਪ੍ਰੋਬਲਮਸ ਹੈਗੀਆਂ ਨੇ ਜਿਵੇਂ ਫਾਈਨਲ ਈਅਰ ਦੇ ਸਟੂਡੈਂਟਸ ਵਗੈਰਾ ਹੈਗੇ ਨੇ ਜਿਹੜੇ ਉਹਨਾਂ ਦੀ ਕਾਫੀ ਪ੍ਰੋਬਲਮਸ ਨੇ ਉਹ ਕਹਿ ਰਹੇ ਨੇ ਕਿ ਜਿਵੇਂ ਫਰਸਟ ਈਅਰ ਤੇ ਸੈਕੰਡ ਈਅਰ ਦੇ ਸਟੂਡੈਂਟਸ ਵੀ ਤਾਂ ਪ੍ਰੋਨ ਹੈਗੇ ਨੇ ਕੋਵਿਡ ਦੇ ਜੇ ਉਹਨਾਂ ਦੇ ਐਗਜ਼ਾਮਸ ਨੂੰ ਆਪਾਂ ਕਰ ਰਹੇ ਨੇ ਉਹਨਾਂ ਦੇ ਐਗਜ਼ਾਮਸ ਨੂੰ ਮਿਸ ਆਊਟ ਕਰਿਆ ਜਾ ਰਿਹਾ ਹੈ ਤਾਂ ਥਰਡ ਈਅਰ ਦੇ ਸਟੂਡੈਂਟਸ ਦੇ ਐਗਜ਼ਾਮਸ ਨੂੰ ਮਿਸ ਆਊਟ ਕਿਉਂ ਨਹੀਂ ਕਰਿਆ ਜਾ ਰਿਹਾ why isn't the university taking the third year students seriously ਅਸੀਂ ਵੀ ਉਨੇ ਹੀ ਪ੍ਰੋਨ ਹੈ ਟੂ ਦ ਡਿਜ਼ੀਜ਼ ਜਿਹੜਾ ਐਗਜ਼ਾਮ ਦੇ ਰਿਲੇਟਡ ਪਿਛਲੇ ਕਾਫੀ ਦਿਨਾਂ ਤੋਂ ਸਟੂਡੈਂਟਸ ਦੀ ਆ ਰਹੀਆਂ ਨੇ ਕੁਐਰੀਜ਼ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਰੇ ਸਟੂਡੈਂਟਸ ਨੂੰ ਪੀਯੂ ਮਿਰਰ ਦੇ ਮਾਧਿਅਮ ਦੇ ਰਾਹੀਂ ਵੀ ਸਟੂਡੈਂਟਸ ਤੋਂ ਜ਼ਿਆਦਾ ਚਿੰਤਿਤ ਇਸ ਟਾਈਮ ਯੂਨੀਵਰਸਿਟੀ ਐਗਜ਼ਾਮਸ ਨੂੰ ਲੈ ਕੇ ਵੀ ਕਿਵੇਂ ਫਾਈਨਲ ਈਅਰ ਦੇ ਸਟੂਡੈਂਟਸ ਦੇ ਐਗਜ਼ਾਮ ਨੂੰ ਕੰਡਕਟ ਕਰਾਇਆ ਜਾਵੇ ਜੇ ਨਹੀਂ ਕੰਡਕਟ ਕਰਾਇਆ ਜਾਵੇ ਤੇ ਕੀ ਉਹਦਾ ਆਪਸ਼ਨ ਹੋਵੇ ਉਹਦਾ ਆਲਟਰਨੇਟ ਹੋਵੇ ਤਾਂ ਕਿ ਇਨ ਫਿਊਚਰ ਜਿਹੜੇ ਸਟੂਡੈਂਟਸ ਨੇ ਸਾਡੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਨੇ ਕਿਤੇ ਜੌਬ ਲਈ ਅਪਲਾਈ ਕਰਨਾ ਹੈ ਕਿਤੇ ਫੋਰਨ ਯੂਨੀਵਰਸਿਟੀਜ਼ 'ਚ ਅਪਲਾਈ ਕਰਨਾ ਹੈ ਜਾਂ ਕਿਸੇ ਵੀ ਚੀਜ਼ ਲਈ ਅੱਗੇ ਕੁਛ ਵੀ ਐਡਮਿਸ਼ਨ ਲੈਣੀ ਹੈ ਕਿਤੇ ਦਿੱਕਤ ਨਾ ਆਵੇ ਤੇ ਜਿਹੜੇ ਯੂਨੀਵਰਸਿਟੀ ਨੇ SOP ਕੱਢੀ ਆ ਹੁਣੀ ਪਿਛਲੇ ਦਿਨਾਂ 'ਚ ਉਹ ਸਿਰਫ ਇੱਕ ਯੂਨੀਵਰਸਿਟੀ ਦੀ ਤਿਆਰੀ ਹੈ ਐਗਜ਼ਾਮਸ ਨੂੰ ਲੈ ਕੇ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਸਾਰੇ ਸਟੂਡੈਂਟਸ ਨੂੰ ਯੂਨੀਵਰਸਿਟੀ ਦਾ ਫਸਟ ਪ੍ਰਾਇੋਰਟੀ ਅੱਜ ਦੇ ਟਾਈਮ 'ਚ ਇਹ ਹੈ ਵੀ ਯੂਨੀਵਰਸਿਟੀ ਇੱਕ ਗੱਲ ਬਹੁਤ ਕਲੀਅਰ ਹੈ ਸਾਰੇ ਈਅਰਸ ਲਈ ਸਪੈਸ਼ਲੀ ਫਾਈਨਲ ਈਅਰ ਲਈ
ਯੂਨੀਵਰਸਿਟੀ ਫਾਈਨਲ ਈਅਰ ਦੇ ਐਗਜ਼ਾਮਸ ਕਰਾ ਕੇ ਅੱਜ ਦੀ ਡੇਟ 'ਚ ਬਿਲਕੁਲ ਵੀ ਖੁਸ਼ ਨਹੀਂ ਹੈ। ਯੂਨੀਵਰਸਿਟੀ ਆਪ ਉਹਦਾ ਆਲਟਰਨੇਟ ਲੱਭ ਰਹੀ ਹੈ, ਪਰ ਯੂਨੀਵਰਸਿਟੀ ਨੂੰ ਦਿੱਕਤ ਇਹ ਆ ਰਹੀ ਹੈ, ਜਿਹੜੀ ਆਪਣੀ ਪਟਿਆਲਾ ਯੂਨੀਵਰਸਿਟੀ ਹੈ ਜਾਂ ਫਿਰ ਅੰਮ੍ਰਿਤਸਰ ਯੂਨੀਵਰਸਿਟੀ ਹੈ, GNDU, ਇਹਨਾਂ ਦੋਵਾਂ ਯੂਨੀਵਰਸਿਟੀਜ਼ ਦੇ ਨਾਲ ਰਿਲੇਟਡ ਇਕੱਠੇ ਇੱਕ ਰਿਜ਼ਲਟ ਆਊਗਾ ਤਾਂ ਹੀ ਸਾਡੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਫਾਇਦਾ ਹੋਊਗਾ, ਬਜਾਏ ਕਿ ਜੇ ਯੂਨੀਵਰਸਿਟੀ ਕੱਲੀ ਕੱਲ ਕੋਈ ਵੀ ਡਿਸੀਜਨ ਲੈਂਦੀ ਹੈ ਵਿਦਆਊਟ ਐਗਜ਼ਾਮ ਪ੍ਰਮੋਟ ਕਰਦੀ ਹੈ ਤੇ ਸਟੂਡੈਂਟਸ ਨੇ ਅੱਗੇ ਜਾ ਕੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੇਮ ਜਗ੍ਹਾ ਜੌਬ ਲਈ ਅਪਲਾਈ ਕਰ ਰਹੇ ਨੇ ਜਾਂ ਪਟਿਆਲਾ ਯੂਨੀਵਰਸਿਟੀ ਦੇ ਕਰ ਰਹੇ ਨੇ ਜਾਂ GNDU ਦੇ ਕਰ ਰਹੇ ਨੇ, ਉੱਥੇ ਜਾ ਕੇ ਕਿਸੇ ਬੱਚੇ ਨੂੰ ਇਹ ਦਿੱਕਤ ਨਾ ਆਵੇ ਵੀ ਇਹਨੇ ਵਿਦਆਊਟ ਐਗਜ਼ਾਮ ਦਿੱਤੇ ਪ੍ਰਮੋਟ ਹੋਇਆ ਸੀ ਤੇ ਉਹ ਐਗਜ਼ਾਮ ਦੇ ਕੇ ਪ੍ਰਮੋਟ ਹੋਏ ਨੇ, ਉੱਥੇ ਸਾਡੇ ਸਟੂਡੈਂਟ ਨੂੰ ਦਿੱਕਤ ਨਾ ਆਵੇ। ਯੂਨੀਵਰਸਿਟੀ ਨੂੰ ਸਭ ਤੋਂ ਵੱਡੀ ਇਸ ਟਾਈਮ ਸਟ੍ਰੈਸ ਦੀ ਚੀਜ਼ ਇਹ ਹੈ। ਇਸ ਲਈ ਵੈਸੇ ਮੈਂ ਤੁਹਾਨੂੰ ਸਾਰੇ ਸਟੂਡੈਂਟਸ ਨੂੰ ਦੱਸਣਾ ਚਾਹੁੰਦਾ, ਸਾਡੇ ਜਿਹੜੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨੇ ਉਹਨਾਂ ਨੇ ਇੱਕ ਪੈਟਰਨ, ਇੱਕ ਪਲਾਨ ਤਿਆਰ ਕਰਕੇ ਅਕੋਰਡਿੰਗ ਟੂ ਗ੍ਰੇਡਸ ਜਿਹੜਾ ਵੀ ਸਟੂਡੈਂਟਸ ਲਈ ਅਪਲਾਈ ਕਰਨਾ ਹੈ ਪ੍ਰਮੋਟ ਕਰਨ ਲਈ, ਜਿਵੇਂ ਕਿ ਪੈਕ ਨੇ ਕੀਤਾ ਜਾਂ ਹੋਰ ਯੂਨੀਵਰਸਿਟੀਜ਼ ਨੇ ਕੀਤਾ, ਤਿਆਰ ਕਰ ਲਿਆ ਤੇ ਉਹ ਸਾਰੇ ਦਾ ਸਾਰਾ ਉਹਨਾਂ ਨੇ VC ਸਰ ਨੂੰ ਵੀ ਅੱਗੇ ਆਪਣਾ ਫਾਰਵਰਡ ਕੀਤਾ ਹੈ ਤੇ ਪੰਜਾਬ ਐਜੂਕੇਸ਼ਨ ਹਾਇਰ ਐਜੂਕੇਸ਼ਨ ਨੂੰ ਵੀ ਕੀਤਾ ਤੇ ਉਹਦੇ ਸੈਕਟਰੀ ਨੇ ਭੰਡਾਰੀ ਸਰ ਉਹਨਾਂ ਨੂੰ ਵੀ ਕੀਤਾ। ਇੱਕ ਵਾਰ ਸਾਰੀ ਜਗ੍ਹਾ ਤੋਂ ਜਦ ਅਪਰੂਵਲ ਆ ਜਾਊਗਾ ਤੇ ਸਟੂਡੈਂਟਸ ਨੂੰ ਕਲੀਅਰ ਕਰ ਦਿੱਤਾ ਜਾਊਗਾ। ਅੱਜ ਦੀ ਡੇਟ 'ਚ 99% ਚਾਂਸਿਸ ਪੰਜਾਬ ਯੂਨੀਵਰਸਿਟੀ 'ਚ ਫਾਈਨਲ ਈਅਰ ਦੇ ਐਗਜ਼ਾਮਸ ਨਾ ਹੋਣ ਦੇ ਨੇ, ਇਹ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਸਾਰੇ ਸਟੂਡੈਂਟਸ ਨੂੰ। ਤੇ ਮੋਸਟਲੀ ਜਿਵੇਂ ਹਜੇ ਤੱਕ ਕਾਫੀ ਮਤਲਬ ਲੱਗ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਤੋਂ ਜਿਹੜੀ ਗਾਈਡਲਾਈਨਸ ਵਗੈਰਾ ਆਈਆਂ ਹੈ, SOP ਵਗੈਰਾ ਜਿਹੜੀ ਨਿਕਲੀ ਹੈ, ਉਹ 'ਚ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਹੈ ਕਿ ਰੈੱਡ ਜ਼ੋਨ ਦੇ ਸਟੂਡੈਂਟਸ ਨੂੰ ਜੇ ਐਗਜ਼ਾਮਸ ਹੋਏ ਤਾਂ ਰੈੱਡ ਜ਼ੋਨ ਦੇ ਸਟੂਡੈਂਟਸ ਨੂੰ ਅਲਾਉ ਨਹੀਂ ਕੀਤਾ ਜਾਏਗਾ ਅਪੀਅਰ ਕਰਨ ਵਾਸਤੇ ਇੱਥੇ ਆ ਕੇ, ਤਾਂ ਫਿਰ ਉਹ ਕਿਵੇਂ ਅਪੀਅਰ ਕਰਨਗੇ ਆਪਣੇ ਐਗਜ਼ਾਮਸ ਵਾਸਤੇ? ਹੁਣ ਉਹਨਾਂ ਵਾਸਤੇ ਅੱਡ ਤੋਂ ਐਗਜ਼ਾਮਸ ਰੱਖੇ ਜਾਣਗੇ ਕਿ ਉਹਨਾਂ ਨੂੰ ਆਨਲਾਈਨ ਐਗਜ਼ਾਮਸ ਦੇਣੇ ਪੈਣੇ ਹੈ ਜਾਂ what will be the alternative for them? ਮੈਮ ਜਿਹੜੀ SOP ਤਿਆਰ ਕੀਤੀ ਹੈ ਪੰਜਾਬ ਯੂਨੀਵਰਸਿਟੀ ਨੇ, ਉਹ ਇਸ ਲਈ ਕੀਤੀ ਹੈ ਵੀ ਬਾਏ ਚਾਂਸ ਜੇ ਜੁਲਾਈ 'ਚ ਬਹੁਤ ਜ਼ਿਆਦਾ ਸੁਧਾਰ ਹਾਲਾਤਾਂ 'ਚ ਤੇ ਡਰਾਸਟਿਕ ਚੇਂਜ ਹੁੰਦਾ ਜੋ ਕਿ ਅੱਜ ਦੀ ਡੇਟ 'ਚ ਹੈ ਨਹੀਂ। ਅੱਜ ਦੀ ਡੇਟ 'ਚ ਡੇ ਬਾਏ ਡੇ ਕੇਸਿਸ ਵੱਧ ਰਹੇ ਨੇ ਇੰਡੀਆ 'ਚ, ਵੱਧ ਰਹੇ ਨੇ ਬਾਏ ਚਾਂਸ ਜੁਲਾਈ ਤੱਕ ਇਸ ਚੀਜ਼ 'ਚ ਬਹੁਤ ਜ਼ਿਆਦਾ ਸੁਧਾਰ ਆਉਂਦਾ ਤੇ ਕੇਸਿਸ ਘਟਦੇ ਨੇ। ਯੂਨੀਵਰਸਿਟੀ ਨੇ ਇੱਕ ਆਪਦਾ ਪਲਾਨ ਤਿਆਰ ਕੀਤਾ ਹੋਇਆ, ਕੁਐਸਚਨ ਪੇਪਰਸ ਤਿਆਰ ਕੀਤੇ ਹੋਏ ਨੇ ਜੇ ਐਗਜ਼ਾਮਸ ਕੰਡਕਟ ਕਰਾਣੇ ਪੈ ਜਾਣ ਤੇ ਉਸ ਸਿਨੈਰੀਓ ਦੇ ਵਿੱਚ ਵੀ ਜਿਹੜੇ ਰੈੱਡ ਜ਼ੋਨ ਦੇ ਸਟੂਡੈਂਟਸ ਹੋਊਗੇ ਉਹਨਾਂ ਲਈ ਅੱਡ ਤੋਂ ਐਗਜ਼ਾਮ ਬਾਅਦ 'ਚ ਕੰਡਕਟ ਕਰਾਏ ਜਾਊਗੇ ਜਦੋਂ ਉਹਨਾਂ ਦੀ ਡਿਸਟ੍ਰਿਕਟ ਰੈੱਡ ਜ਼ੋਨ ਤੋਂ ਬਾਹਰ ਹੋ ਜੇ ਤੇ ਸਟੂਡੈਂਟ ਸੇਫ ਹੋਣ, ਕਿਉਂਕਿ ਸਟੂਡੈਂਟ ਦੀ ਸੇਫਟੀ ਯੂਨੀਵਰਸਿਟੀ ਲਈ ਸਭ ਤੋਂ ਵੱਡੀ ਪ੍ਰਾਇੋਰਟੀ ਅੱਜ ਦੀ ਡੇਟ 'ਚ। ਬਿਲਕੁਲ ਠੀਕ ਹੈ ਸਰ। ਸਰ ਜਿਵੇਂ ਹੋਸਟਲ ਔਰ ਜਿਹੜੇ ਹੋਸਟਲਸ ਨੇ ਯੂਨੀਵਰਸਿਟੀ ਦੇ ਉਹਨਾਂ ਨੂੰ ਆਈਸੋਲੇਸ਼ਨ ਵਾਰਡ 'ਚ ਚੇਂਜ ਕਰਤਾ ਗਿਆ ਹੈ, ਤਾਂ ਸਟੂਡੈਂਟਸ ਨੂੰ ਥੋੜਾ ਡਰ ਹੈ ਕਿ ਜੇ ਵਾਪਸ ਆਉਣਾ ਪਏ ਯੂਨੀਵਰਸਿਟੀ 'ਚ ਤਾਂ ਪ੍ਰੋਬਲਮ ਹੋਏਗੀ ਤੇ ਅਕੋਮੋਡੇਸ਼ਨ ਦੇ ਕਰਕੇ ਬਥੇਰੀਆਂ ਪ੍ਰੋਬਲਮਸ ਆਣਗੀਆਂ, ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਉਸ ਚੀਜ਼ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਜਦ SOP ਆਈ ਹੈ 3-4 ਦਿਨ ਪਹਿਲਾਂ, ਉਦੋਂ ਅਸੀਂ ਸਭ ਤੋਂ ਪਹਿਲਾਂ ਪੁਆਇੰਟ ਇਹ ਰੱਖਿਆ ਵੀ ਜਿਹੜੇ 8, 9, 10 ਤੇ ਇੰਟਰਨੈਸ਼ਨਲ ਹੋਸਟਲ ਦੀ ਗਰਲਸ ਨੇ ਫਾਈਨਲ ਈਅਰ ਦੇ ਉਹਨਾਂ ਨੂੰ ਕਿੱਥੇ ਅਕੋਮੋਡੇਟ ਕਰੋਗੇ ਤੇ ਉਹਨਾਂ ਨੂੰ ਸੈਨੀਟਾਈਜੇਸ਼ਨ ਕਰਨ ਦਾ ਕਿਵੇਂ ਪ੍ਰੋਗਰਾਮ ਹੋਊਗਾ। ਤੇ ਸਭ ਤੋਂ ਵੱਡੀ ਗੱਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜੁਲਾਈ ਤੱਕ ਉਹ ਹੋਸਟਲਸ ਫ੍ਰੀ ਕਰੂਗਾ ਕਿ ਨਹੀਂ ਕਰੂਗਾ, ਕਿਉਂਕਿ ਹਜੇ ਇਹ ਵੀ ਯੂਨੀਵਰਸਿਟੀ ਨੂੰ ਕੋਈ ਕਲੈਰਿਟੀ ਨਹੀਂ ਹੈ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਉਹ ਹੋਸਟਲਸ ਵਾਪਸ ਯੂਨੀਵਰਸਿਟੀ ਨੂੰ ਦਊਗਾ। ਮੈਂ ਤਾਂ ਹੀ ਤੁਹਾਨੂੰ ਵਾਰੀ-ਵਾਰੀ ਕਹਿ ਰਿਹਾ ਯੂਨੀਵਰਸਿਟੀ ਨੇ ਉਹ ਸਿਰਫ ਇੱਕ ਪਲਾਨ ਤਿਆਰ ਕੀਤਾ ਹੈ, ਇਹ ਕੋਈ ਵੀ ਬੱਚਾ ਸੋਚ ਕੇ ਨਾ ਚੱਲੇ ਵੀ ਜੁਲਾਈ 'ਚ ਐਗਜ਼ਾਮ ਹੋਣੇ ਹੀ ਹੋਣਗੇ ਜਾਂ ਕਾਲਜ ਵੀ ਖੁੱਲਣਗੇ, ਉਹਦੀ ਵੀ ਕੋਈ ਸ਼ੋਰਿਟੀ ਨਹੀਂ। ਬਿਲਕੁਲ ਵੀ ਸ਼ੋਰਟੀ ਨਹੀਂ ਹੈ ਮੈਮ। ਅੱਜ ਦੀ ਡੇਟ ਜੋ ਅੱਜ ਦੇ ਹਾਲਾਤ ਨੇ, ਪਿਛਲੇ 24 ਆਵਰਸ 'ਚ 8000 ਤੋਂ ਉੱਪਰ ਕੇਸ ਇੰਡੀਆ 'ਚ ਆ ਚੁੱਕੇ ਨੇ ਤੇ ਉਸ ਚੀਜ਼ ਨੂੰ ਦੇਖਦੇ ਹੋਏ ਕੀ ਪਤਾ ਲਾਕਡਾਊਨ ਦੁਬਾਰਾ ਲੱਗ ਜੇ, ਦੁਬਾਰਾ ਕਰਫਿਊ ਇੰਪੋਜ਼ ਹੋ ਜੇ ਹਰ ਸਟੇਟ 'ਚ, ਹਰ ਜਗ੍ਹਾ ਡਿਸਟ੍ਰਿਕਟ 'ਚ, ਤੇ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਯੂਨੀਵਰਸਿਟੀ ਨੇ ਇਹ ਸਿਰਫ ਇੱਕ ਪਲਾਨ ਤਿਆਰ ਕੀਤਾ ਵੀ ਜੇ UGC ਨੇ ਕਹਿਤਾ ਵੀ ਕੰਪਲਸਰੀ ਨੇ ਐਗਜ਼ਾਮ ਕੰਡਕਟ ਕਰਵਾਣੇ ਆ, ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਪਟਿਆਲਾ ਯੂਨੀਵਰਸਿਟੀ ਐਗਜ਼ਾਮ ਕਰਾਉਂਦੀ ਹੈ, GNDU ਕਰਾਉਂਦੀ ਹੈ, ਤੇ ਫਿਰ ਪੰਜਾਬ ਯੂਨੀਵਰਸਿਟੀ ਨੂੰ ਕਰਾਉਣਾ ਜ਼ਰੂਰੀ ਹੋ ਜੂਗਾ ਐਗਜ਼ਾਮ, ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਬੱਚਾ ਕਿਸੇ ਵੀ ਆਪਣਾ ਅੱਗੇ ਜਾ ਕੇ ਕੋਈ ਆਪਣਾ ਐਗਜ਼ਾਮਸ ਹੁੰਦੇ ਨੇ ਕਿਸੇ ਵੀ ਪੋਸਟ ਲਈ ਹੁੰਦੇ ਨੇ, ਕਿਉਂਕਿ ਬਹੁਤ ਸਾਰੀ ਪ੍ਰੈਸਟੀਜੀਅਸ ਪੋਸਟ ਤੇ ਪੰਜਾਬ ਯੂਨੀਵਰਸਿਟੀ ਦੇ ਸਾਡੇ ਸਟੂਡੈਂਟਸ ਅੱਗੇ ਵੀ ਸਿਲੈਕਟ ਹੁੰਦੇ ਰਹੇ ਨੇ ਤੇ ਹੋਪਫੁਲੀ ਆਉਣ ਵਾਲੇ ਟਾਈਮ 'ਚ ਵੀ ਹੋਣਗੇ, ਤੇ ਉੱਥੇ ਜਾ ਕੇ ਕਿਤੇ ਆਪਾਂ ਪਿਛੜ ਨਾ ਜਾਈਏ ਬਾਕੀ ਯੂਨੀਵਰਸਿਟੀਆਂ ਦੇ ਸਟੂਡੈਂਟਸ ਤੋਂ, ਤੇ ਯੂਨੀਵਰਸਿਟੀ ਨੂੰ ਆਪਣੀ ਨੂੰ ਐਗਜ਼ਾਮ ਉਹ ਕੰਡਕਟ ਕਰਾਣੇ ਪਊਗੇ। ਉਸ ਚੀਜ਼ ਨੂੰ ਲੈ ਕੇ ਇੱਕ ਪਲਾਨ ਰੈਡੀ ਹੈ ਵੀ ਚਾਹੇ ਅਗਸਤ 'ਚ ਕਰਾਉਣ ਚਾਹੇ ਉਹ ਤੋਂ ਬਾਅਦ ਕਰਾਉਣ, ਜੇ ਨਹੀਂ ਕਰਾਉਣੇ ਤਾਂ ਤਿੰਨੇ ਯੂਨੀਵਰਸਿਟੀਆਂ ਇਕੱਠੀਆਂ ਕਲੈਕਟਿਵ ਡਿਸੀਜਨ ਲਊਗੀਆਂ ਵੀ ਐਗਜ਼ਾਮ ਨਹੀਂ ਹੋਣੇ। ਓਕੇ ਤੇ ਸਰ ਮਤਲਬ ਕਿਉਂਕਿ ਨੀਚੇ ਤੁਸੀਂ ਦੇਖ ਰਹੇ ਹੋ ਨਾਲ ਨਾਲ ਕੁਐਸਚਨਸ ਬਹੁਤ ਆ ਰਹੇ ਨੇ PG ਵਗੈਰਾ ਨੂੰ ਲੈ ਕੇ ਔਰ ਅਕੋਮੋਡੇਸ਼ਨਸ ਵਗੈਰਾ ਨੂੰ ਲੈ ਕੇ, ਮੈਂ ਫੇਰ ਚਾਹੂੰਗੀ ਤੁਸੀਂ ਇੱਕ ਵਾਰ ਇਸ ਚੀਜ਼ ਨੂੰ ਐਡਰੈਸ ਕਰੋ ਕਿ ਜਿਹੜੇ ਮਤਲਬ ਸੋਸ਼ਲ ਡਿਸਟੈਂਸਿੰਗ ਦੀ ਪ੍ਰੋਬਲਮਸ ਆਣਗੀਆਂ, ਜਿਹੜੇ ਬੱਚੇ ਹੋਸਟਲ 'ਚ ਨਹੀਂ ਰਹਿ ਸਕਣਗੇ ਕੱਲ ਨੂੰ ਆ ਕੇ ਵੀ ਜੇ ਵਾਪਸ ਆਣਾ ਪਵੇ ਯੂਨੀਵਰਸਿਟੀ 'ਚ, ਤੇ ਜਿਹੜੇ ਮਤਲਬ ਅਕੋਮੋਡੇਸ਼ਨ ਵਗੈਰਾ ਵਾਸਤੇ ਲਿਖਣਗੇ ਤਾਂ ਉਹਨਾਂ ਨੂੰ ਜਿਵੇਂ PGs ਵਗੈਰਾ ਅੱਜ ਕੱਲ ਓਨਰਸ ਦੇ ਨਹੀਂ ਰਹੇ ਆ ਰੈਂਟ,
मतलब रहन नहीं दे रहे, बिकॉज रेंट वगैरह बच्चे दे के ਰਾਜੀ ਨਹੀਂ, ਕਿਉਂਕਿ ਵੀ ਆਰ ਨਾਟ ਸਟੇਇੰਗ ਇਨ ਦ ਪੀਜੀ। ਜੇ ਆਪਾਂ ਉਸ ਫਲੈਟ ਜਾਂ ਉਸ ਜਗ੍ਹਾ ਨੂੰ ਯੂਜ਼ ਨਹੀਂ ਕਰ ਰਹੇ, ਆਪਾਂ ਕਿਸ ਹਿਸਾਬ ਨਾਲ ਰੈਂਟ ਦਈਏ ਉੱਤੇ। ਇਸ ਬਾਰੇ ਕੋਈ, ਇਸ ਇਸ਼ੂ ਬਾਰੇ ਕੈਨ ਯੂ ਐਡਰੈਸ ਸਮਥਿੰਗ, ਬਿਕॉज ਇੱਕ ਮੇਜਰ ਸਟੂਡੈਂਟ ਇਸ਼ੂ ਹੈ ਅਕੋਮੋਡੇਸ਼ਨ। ਜੇ ਅਕੋਮੋਡੇਸ਼ਨ ਨਹੀਂ ਹੋਈ ਤਾਂ ਬੱਚਾ ਕਾਲਜ ਆ ਹੀ ਨਹੀਂ ਸਕਦਾ, ਕੋਈ ਚਾਂਸ ਹੀ ਨਹੀਂ ਹੈ। ਤੇ ਉਹ ਕਰਕੇ ਫਿਰ ਰੈਂਟ ਇਜ਼ ਵਨ ਮੇਜਰ ਪ੍ਰੋਬਲਮ ਜਿਹੜੀ ਸਾਰੇ ਬੱਚੇ ਇਸ ਟਾਈਮ ਇਸ ਇਸ਼ੂ ਨੂੰ ਫੇਸ ਕਰ ਰਹੇ ਨੇ, ਕਿ ਰੈਂਟ ਨਹੀਂ ਪੇ ਕਰਿਆ ਜਾ ਰਿਹਾ। ਕਿਵੇਂ ਕਰੀਏ ਅਸੀਂ ਰੈਂਟ ਪੇ, ਔਰ ਕਿਉਂ ਕਰੀਏ? ਮੈਮ ਬਿਲਕੁਲ ਸਹੀ ਗੱਲ ਹੈ ਸਾਰੇ ਸਟੂਡੈਂਟਸ ਦੀ। ਜੇ ਬੱਚਾ ਰਿਹਾ ਹੀ ਨਹੀਂ ਪੀਜੀ 'ਚ ਤੇ ਰੈਂਟ ਵੀ ਬਿਲਕੁਲ ਪੇ ਨਹੀਂ ਕਰਨਾ ਚਾਹੀਦਾ। ਉਸ ਚੀਜ਼ ਨੂੰ ਲੈ ਕੇ ਵੀ ਵੱਖ-ਵੱਖ ਆਰਗੇਨਾਈਜੇਸ਼ਨਾਂ ਨੇ, ਹਰ ਇੱਕ ਆਪਣਾ ਕੀ ਕਹਿੰਦੇ ਸਟੂਡੈਂਟ ਕਮਿਊਨਿਟੀ ਨਾਲ ਰਿਲੇਟਡ ਕੋਈ ਵੀ ਸੰਸਥਾ ਹੈ, ਉਹਨੇ ਸਭ ਨੇ ਡੀਸੀ ਸਰ ਨੂੰ ਅਪਰੋਚ ਕੀਤਾ ਸੀ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਐਡਰੈਸ ਕੀਤਾ, ਤੇ ਉਸ ਚੀਜ਼ ਨੂੰ ਦੇਖਦੇ ਹੋਏ ਮੇਰੇ ਖਿਆਲ ਤੋਂ ਹਾਫ ਰੈਂਟ ਇਹਨਾਂ ਦਾ ਵੇਵ ਆਫ ਵੀ ਕਰ ਦਿੱਤਾ ਗਿਆ ਜਿਹੜਾ ਪਿਛਲਾ ਮੰਗ ਰਹੇ ਸੀ। ਤੇ ਇਨ ਫਿਊਚਰ ਮੈਂ ਤੁਹਾਨੂੰ ਫਿਰ ਇੱਕ ਵਾਰ ਕਲੀਅਰ ਕਰ ਦੇਣਾ ਚਾਹੁੰਦਾ ਸਾਰੇ ਸਟੂਡੈਂਟਸ ਨੂੰ ਵੀ ਯੂਨੀਵਰਸਿਟੀ ਤਾਂ ਹੀ ਐਗਜ਼ਾਮ ਕਰਾਊਗੀ ਜੇ ਮਾਹੌਲ ਨਾਰਮਲ ਹੋਊਗਾ, ਨਾਰਮਲਾਈਜ਼ ਦੁਬਾਰਾ ਉਵੇਂ ਹੀ ਚੰਡੀਗੜ੍ਹ ਹੋਊਗਾ ਤਾਂ ਹੀ ਯੂਨੀਵਰਸਿਟੀ ਐਗਜ਼ਾਮ ਕਰਾਊਗੀ। ਜੇ ਜੋ ਅੱਜ ਦੇ ਹਾਲਾਤ ਨੇ, ਜੇ ਸੇਮ ਹਾਲਾਤ ਰਹੇ, ਅਕੋਮੋਡੇਸ਼ਨ ਦੀ ਦਿੱਕਤ ਆਊਗੀ। ਸਭ ਤੋਂ ਪਹਿਲਾਂ ਅਕੋਮੋਡੇਸ਼ਨ ਦੀ ਦਿੱਕਤ ਆਊਗੀ ਹੋਸਟਲਸ 'ਚ, ਤੇ ਯੂਨੀਵਰਸਿਟੀ ਉਸ ਯੂਨੀਵਰਸਿਟੀ ਉਸ ਚੀਜ਼ ਨੂੰ ਦੇਖਦੇ ਹੋਏ ਬਿਲਕੁਲ ਵੀ ਕਿਸੇ ਵੀ ਸਿਨੈਰੀਓ 'ਚ ਉਹ ਐਗਜ਼ਾਮ ਨਹੀਂ ਕੰਡਕਟ ਕਰਵਾ ਸਕਦੀ। ਤੇ ਯੂਨੀਵਰਸਿਟੀ ਦੀ ਵੀ ਅੱਜ ਦੇ ਟਾਈਮ 'ਚ ਫਸਟ ਪ੍ਰਾਇੋਰਟੀ ਐਗਜ਼ਾਮਸ ਨਾ ਕਰਾਉਣਾ ਹੈ ਕਿਸੇ ਵੀ ਈਅਰ ਦੇ। ਥਰਡ ਈਅਰ ਦੇ ਵੀ, ਮਤਲਬ ਜਿਹੜੇ ਫਾਈਨਲ ਈਅਰ ਹੈ ਉਹਨਾਂ ਦੀ ਵੀ? ਸਾਰੇ ਫਾਈਨਲ ਈਅਰ, ਫਸਟ ਈਅਰ, ਸੈਕੰਡ ਈਅਰ, ਈਵਨ ਕਿ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨੇ ਵਧੀਆ ਇੱਕ ਪਲਾਨ ਬਣਾ ਕੇ ਸੇਮ ਜਿਵੇਂ ਦਾ ਪੈਕ ਨੇ ਕੀਤਾ ਤੇ ਉਹਨਾਂ ਨੇ ਅੱਗੇ ਫਾਰਵਰਡ ਵੀ ਕਰ ਦਿੱਤਾ। ਉਹਦਾ ਅਪਰੂਵਲ ਰਹਿ ਗਿਆ ਬਸ ਵੱਖ-ਵੱਖ ਯੂਨੀਵਰਸਿਟੀਆਂ ਤੋਂ, ਹਾਇਰ ਐਜੂਕੇਸ਼ਨ ਮਿਨਿਸਟਰੀ ਤੋਂ ਤੇ ਵੀਸੀ ਸਰ ਤੋਂ। ਉਹ ਹੁਣ ਉਹਦਾ ਅਪਰੂਵਲ ਕੀ ਆਉਂਦਾ ਆਉਣ ਵਾਲੇ ਹਫਤੇ 10 ਦਿਨ 'ਚ ਆ ਜਾਊਗਾ ਤੇ ਸਟੂਡੈਂਟਸ ਨੂੰ ਕਲੀਅਰ ਹੋ ਜਾਊਗਾ। ਠੀਕ ਹੈ। ਤੇ ਇੰਟਰਨੈਸ਼ਨਲ ਸਟੂਡੈਂਟਸ ਔਰ ਜਿਹੜੇ ਸਟੂਡੈਂਟਸ ਸਾਰੇ ਬਾਹਰੋਂ ਆਣਗੇ, ਜਿਹੜੇ ਅਫਗਾਨਿਸਤਾਨ, ਵੀ ਹੈਵ ਅਫਗਾਨੀ ਸਟੂਡੈਂਟਸ ਐਂਡ ਵੀ ਹੈਵ ਸਟੂਡੈਂਟਸ ਫਰਮ ਆਲ ਪਾਰਟਸ ਆਫ ਇੰਡੀਆ, ਤੇ ਉਹਨਾਂ ਦਾ ਕੀ ਮਤਲਬ ਕੀ ਸਿਸਟਮ ਰਹੇਗਾ ਉਹਨਾਂ ਦਾ? ਮਤਲਬ ਹਾਊ ਵਿਲ ਦੇ ਕੋਪ ਅਪ ਵਿਦ ਐਵਰੀਥਿੰਗ? ਯੂਨੀਵਰਸਿਟੀ ਨੇ ਮੈਮ ਸਭ ਤੋਂ ਪਹਿਲੀ ਗੱਲ ਜਿਵੇਂ ਐਸਓਪੀ ਰਿਲੀਜ਼ ਕੀਤੀ ਹੈ 3-4 ਦਿਨ ਪਹਿਲਾਂ, ਨਾਲ ਹੀ ਨਾਲ ਯੂਨੀਵਰਸਿਟੀ ਸਾਰੇ ਫਾਈਨਲ ਈਅਰ ਸਟੂਡੈਂਟਸ ਜਿੰਨੇ ਵੀ ਨੇ ਯੂਨੀਵਰਸਿਟੀ ਨਾਲ ਰਿਲੇਟਡ, ਚਾਹੇ ਕਾਲਜਿਸ ਦੇ ਨੇ, ਯੂਨੀਵਰਸਿਟੀ ਦੇ ਨੇ, ਡਾਟਾ ਕਲੈਕਟ ਕਰ ਰਹੇ ਨੇ ਵੀ ਕਿੰਨੇ ਸਟੂਡੈਂਟ ਪੰਜਾਬ ਸਟੇਟ ਤੋਂ ਹੈ, ਕਿਹੜੀ ਸਟੇਟ ਤੋਂ ਹੈ। ਉਹਦੇ ਹਿਸਾਬ ਨਾਲ ਵੀ ਹਜੇ ਯੂਨੀਵਰਸਿਟੀ ਦਾ ਡਿਸੀਜਨ ਬਹੁਤ ਜ਼ਿਆਦਾ ਚੇਂਜ ਵੀ ਹੋਊਗਾ। ਇਹ ਸਿਰਫ ਇੱਕ ਐਸਓਪੀ ਕੱਢੀ ਹੈ ਵੀ ਇੱਕ ਥੋੜਾ ਜਿਹਾ ਇੰਡੀਕੇਸ਼ਨ ਦੇਤੀ ਵੀ ਤੁਸੀਂ ਤਿਆਰ ਰਹੋ, ਬਾਈ ਚਾਂਸ ਐਗਜ਼ਾਮ ਨਹੀਂ ਹੋਏ ਫਿਰ ਤਾਂ ਵੀ ਕੋਈ ਸਟੂਡੈਂਟਸ ਨੂੰ ਪ੍ਰੋਬਲਮ ਨਹੀਂ ਹੋਗੀ, ਕਿਉਂਕਿ ਸਟੂਡੈਂਟਸ ਤਾਂ ਚਾਹੁੰਦੇ ਹੀ ਨੇ ਐਗਜ਼ਾਮ ਨਾ ਹੋਣ। ਵੀ ਜੇ ਕੱਲ ਨੂੰ ਮਾਹੌਲ ਨਾਰਮਲਾਈਜ਼ ਹੁੰਦਾ ਹੈ, ਜੇ ਪੇਪਰ ਹੋਣੇ ਆ ਤਾਂ ਸਟੂਡੈਂਟ ਤਿਆਰ ਰਵੇ, ਮਹੀਨਾ ਪਹਿਲਾਂ ਪੜ੍ਹਦਾ ਰਵੇ। ਇਸ ਲਈ ਯੂਨੀਵਰਸਿਟੀ ਨੇ ਸਿਰਫ ਐਸਓਪੀ ਕੱਢੀ ਸੀ ਮੈਮ। ਬਿਲਕੁਲ ਸਰ ਹੁਣ ਇਹ ਆਨਲਾਈਨ ਕਲਾਸਿਸ ਜਿਵੇਂ ਪੈਕ ਨੇ ਕੀਤੀ, ਆਨਲਾਈਨ ਕਲਾਸਿਸ ਵਗੈਰਾ ਹੋਈਆਂ ਉਹਨਾਂ ਦੀਆਂ, ਤੇ ਆਈ ਵਾਂਟ ਟੂ ਆਸਕ ਸਰ, ਕਈ ਯੂਨੀਵਰਸਿਟੀ ਅਫੀਲੀਏਟਡ ਕਾਲਜਸ ਵਗੈਰਾ ਸੀਗੇ ਜਿਨ੍ਹਾਂ ਦੇ ਕੋਈ ਆਨਲਾਈਨ ਕਲਾਸਿਸ ਨਹੀਂ ਹੋਈਆਂ, ਔਰ ਜਿਨ੍ਹਾਂ ਦੀ ਹੋਈਆਂ ਆਨਲਾਈਨ ਕਲਾਸਿਸ ਲੈ ਕੇ ਸਟੂਡੈਂਟਸ ਕਾਫੀ ਸੈਟੀਸਫਾਈਡ ਨਹੀਂ ਸੀਗੇ ਬਿਲਕੁਲ ਵੀ, ਬਿਕਾਜ਼ ਉਧਰੋਂ ਕੁਝ ਸਮਝ ਨਹੀਂ ਪਾ ਰਹੇ ਸੀ। ਹੁਣ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਕੀ ਕਰ ਸਕਦੀ ਹੈ? देयर वर अ लॉट ऑफ कॉलेजेस जिन्हों ने कोई ऑनलाइन क्लासेस कंडक्ट ही नहीं कीतियां, whereas ਇਹੋ ਜਿਹੇ ਵੀ कॉलेजेस ने जिन्हों ने बहुत ही ज्यादा जोर पा के मतलब ऑनलाइन क्लासेस कीतियां, जिवें एमसीएम हो गया, ਤੇ ਕਾਫੀ ਉਧਰੋਂ ਵੀ ਕੁਐਰੀਜ਼ ਆਈਆਂ ਨੇ, ਤੇ ਇਹਨੂੰ ਲੈ ਕੇ ਐਡਮਿਨ ਦਾ ਕੀ ਕਹਿਣਾ? ਮੈਮ ਆਨਲਾਈਨ ਕਲਾਸਿਸ ਜਿੰਨੀਆਂ ਵੀ ਹੋਈਆਂ ਨੇ, ਚਾਹੇ ਕਾਲਜਿਸ ਚ ਹੋਈਆਂ ਨੇ, ਚਾਹੇ ਯੂਨੀਵਰਸਿਟੀ ਚ ਹੋਈਆਂ ਨੇ, ਉਸ ਚੀਜ਼ ਨੂੰ ਯੂਨੀਵਰਸਿਟੀ ਕਿਤੇ ਵੀ ਕਾਊਂਟ ਨਹੀਂ ਕਰੂਗੀ। ਕਿਉਂਕਿ ਯੂਨੀਵਰਸਿਟੀ ਜਦੋਂ ਸਟਾਰਟਿੰਗ ਚ ਲੋਕਡਾਊਨ ਹੋਇਆ ਸੀ, ਉਹ ਤੋਂ ਮਹੀਨਾ ਬਾਅਦ ਮੀਟਿੰਗ ਲਈ ਸੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਸਾਰੇ ਯੂਨੀਵਰਸਿਟੀਜ਼ ਦੇ ਵੀਸੀਜ਼ ਨਾਲ, ਤੇ ਉਹਨਾਂ ਤੋਂ ਰਿਪੋਰਟ ਲਈ ਸੀ ਆਨਲਾਈਨ ਕਲਾਸਿਸ ਕਿਵੇਂ ਚੱਲ ਰਹੀਆਂ ਨੇ। ਤੇ ਉਹਦੇ ਰਿਗਾਰਡਿੰਗ ਹੀ ਮੈਂ ਉਸੇ ਟਾਈਮ ਮੇਲ ਪਾਇਆ ਸੀ ਵਾਈਸ ਪ੍ਰੈਜ਼ੀਡੈਂਟ ਆਫਿਸ ਨੂੰ, ਚਾਂਸਲਰ ਨੇ ਜੋ ਸਾਡੀ ਯੂਨੀਵਰਸਿਟੀ ਦੇ, ਕਿ ਆਨਲਾਈਨ ਕਲਾਸਿਸ ਬਿਲਕੁਲ ਨਹੀਂ ਚੱਲ ਰਹੀਆਂ। ਤੇ ਉਹਨਾਂ ਨੇ ਉਦੋਂ ਹੀ ਆਨਲਾਈਨ ਕਲਾਸਿਸ ਦਾ ਜਿਹੜਾ ਵੀ ਕ੍ਰਾਈਟੇਰੀਆ ਸੀ ਸਭ ਕੁਝ ਨਿਗਲੈਕਟ ਕਰਤਾ ਸੀ, ਤੇ ਉਹਨੂੰ ਬਿਲਕੁਲ ਵੀ ਕਾਊਂਟ ਨਹੀਂ ਕਰੂਗੇ ਕਿਸੇ ਵੀ ਜਗ੍ਹਾ। ਓਕੇ। ਤੇ ਹੁਣ ਸਰ ਵੀ ਵੁੱਡ ਲਾਈਕ ਟੂ ਆਸਕ ਯੂ ਕਿ ਇਹ ਜਿਹੜੀ ਫੀ ਹਾਈਕ ਹੋਈ ਹੈ ਰੀਸੈਂਟਲੀ, ਜਿਹੜਾ ਫੀ ਹਾਈਕ ਦੇ ਉੱਪਰ ਆਇਆ, ਤੁਸੀਂ ਉਹਦੇ ਬਾਰੇ ਕੋਈ ਸਟੇਟਮੈਂਟ ਪੁੱਟ ਅਪ ਨਹੀਂ ਕੀਤੀ, ਕੋਈ ਮੋਮੈਂਟਮ ਸਬਮਿਟ ਨਹੀਂ ਕੀਤਾ ਤੁਸੀਂ, ਤੇ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦਿਸ? ਮੈਮ ਉਸ ਚੀਜ਼ ਦਾ ਸਾਰੇ ਸਟੂਡੈਂਟਸ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਜਦੋਂ ਇਹ ਕਮੇਟੀ ਕਨਸਟੀਟਿਊਟ ਹੋਈ ਸੀ ਆਪਣਾ ਫੈਬਰੂਅਰੀ ਚ, ਤੇ ਇਹਦੀ ਫਸਟ ਮੀਟਿੰਗ ਹੋਈ ਸੀ 20 ਫਰਵਰੀ ਨੂੰ, ਉਹਦੇ ਚ ਮੈਂ ਤੇ ਸਟੂਡੈਂਟ ਉਹਦੇ ਮੈਂਬਰ ਸੀਗੇ। ਅਸੀਂ ਇਹਦਾ ਫਸਟ ਟਾਈਮ ਹੋਇਆ ਸੀ ਵੀ ਅਸੀਂ ਉਸ ਜਿਹੜੇ ਮਿੰਟਸ ਆਫ ਮੀਟਿੰਗ ਬਣੇ ਸੀ ਉਹ ਤੇ ਸਾਈਨ ਨਹੀਂ ਕੀਤਾ ਸੀ, ਤੇ ਉਹ ਤੇ ਆਪ ਦਾ ਡਾਈਸੈਂਟ ਵੀ ਲਿਖਵਾਇਆ ਸੀ। ਹੈਲੋ ਹਾਂਜੀ 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 ਬਿਲਕੁਲ। ਹੈਲੋ 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 ਹਾਂਜੀ, ਸਾਡੇ ਨਾਲ ਹੀ ਸੈਨੇਟਰ ਨੇ ਪ੍ਰਭਜੀਤ ਸਿੰਘ ਸੈਨੇਟਰ ਨੇ, ਤੇ ਉਦੋਂ ਹੀ ਅਸੀਂ ਉਹਨੂੰ ਖਾਰਿਜ ਕਰਤਾ ਸੀ ਸਿਰੇ ਤੋਂ। ਤੇ ਹੁਣ ਜਦੋਂ ਇਹ ਗੱਲ ਹੋਈ ਵੀ 30
ਜੂ ਆਪਣਾ 30 ਮਈ ਵਾਲੀ ਸਿੰਡੀਕੇਟ 'ਚ ਰੱਖੀ ਜਾਊਗੀ, ਏਜੰਡੇ 'ਚ ਰੱਖਿਆ ਜਾਊਗਾ ਫੀ ਹਾਈਕ ਦਾ ਇਸ਼ੂ। ਤੇ ਉਹਦੇ ਨਾਲ ਹੀ ਮੈਂ ਹਫਤਾ 10 ਦਿਨ ਪਹਿਲਾਂ ਸਾਰੇ ਸਿੰਡੀਕੇਟ ਮੈਂਬਰਸ ਨਾਲ ਮੈਮ ਗੱਲ ਕੀਤੀ ਸੀ। ਸਾਰੇ ਸਿੰਡੀਕੇਟ ਮੈਂਬਰਾਂ ਦਾ ਉਦੋਂ ਇਹੀ ਕਹਿਣਾ ਸੀ, ਪੈਂਡੇਮਿਕ ਨੂੰ ਦੇਖਦੇ ਹੋਏ ਵੀ ਐਵੇਂ ਦੀ ਆਪਦਾ ਦੇ ਟਾਈਮ ਯੂਨੀਵਰਸਿਟੀ 1 ਰੁਪਿਆ ਵੀ ਫੀਸ ਨਹੀਂ ਵਧਾਊਗੀ। ਤੇ ਸਰ ਮੈਨੂੰ ਹਫਤਾ 10 ਦਿਨ ਪਹਿਲਾਂ ਸ਼ੋਰਟੀ ਮਿਲ ਗਈ ਸੀ ਸਾਰੇ ਸਿੰਡੀਕੇਟ ਮੈਂਬਰਸ ਤੋਂ। ਇਸ ਲਈ ਮੈਮ ਉਸ ਚੀਜ਼ ਨੂੰ ਲੈ ਕੇ ਕੋਈ ਲੈਟਰ ਦੇਣ ਦੀ ਲੋੜ ਨਹੀਂ ਪਈ, ਕਿਉਂਕਿ ਜਦੋਂ ਕਲੀਅਰ ਸੀ ਅਗਲਿਆਂ ਨੇ ਅਸ਼ੋਰਟੀ ਦੇਤੀ ਵੀ ਅਸੀਂ ਫੀਸ 1 ਰੁਪਿਆ ਵੀ ਨਹੀਂ ਵਧਾਵਾਂਗੇ। ਤੇ ਸੇਮ ਮੀਟਿੰਗ ਵਾਲੇ ਡੇ ਹੋਇਆ, ਜਿਵੇਂ ਹੀ ਉਹ ਏਜੰਡਾ ਸਾਹਮਣੇ ਆਇਆ ਉਹਨੂੰ ਨਾਲ ਹੀ ਸਕ੍ਰੈਪ ਕਰ ਦਿੱਤਾ ਗਿਆ। ਓਕੇ ਸਰ। ਤੇ ਸਰ ਇਹ ਜਿਵੇਂ ਸਿਲੇਬਸ ਔਰ ਐਗਜ਼ਾਮ ਪੈਟਰਨ ਬਾਰੇ ਕਾਫੀ ਕੁਐਸਚਨਸ ਆ ਰਹੇ ਹਨ ਕਿ ਐਗਜ਼ਾਮ ਨੂੰ ਤੁਸੀਂ 2 ਆਵਰਸ ਤੱਕ ਕਰ ਦੋਗੇ, ਤਾਂ ਫਿਰ ਸਿਲੇਬਸ ਦਾ ਕੀ ਸਿਸਟਮ ਰਹੇਗਾ? ਸਿਲੇਬਸ ਵੀ ਘੱਟ ਕਰਨਾ ਪਏਗਾ ਇਫ ਐਗਜ਼ਾਮ ਟਾਈਮਿੰਗਸ ਆਰ ਡਿਫਰੈਂਟ ਐਂਡ ਜਿਵੇਂ ਤੁਸੀਂ ਐਸਓਪੀ ਦੇ ਅਕੋਰਡਿੰਗ ਦੱਸਿਆ, ਤਾਂ ਉਹਦਾ ਕੀ ਸਿਲੇਬਸ ਦਾ ਕੀ ਸਿਸਟਮ ਰਹੇਗਾ? ਬਿਕਾਜ਼ ਅੱਜ ਸਿਲੇਬਸ ਵੀ ਨਹੀਂ ਬਾਹਰ ਆਇਆ ਤੇ ਕੋਈ ਨਵਾਂ ਸਿਲੇਬਸ ਵੀ ਨਹੀਂ ਦਿੱਤਾ ਗਿਆ ਸਟੂਡੈਂਟਸ ਨੂੰ ਇਹਦੇ ਰਿਗਾਰਡਿੰਗ। ਮੈਮ ਮੈਂ ਉਹੀ ਗੱਲ ਹੈ, ਵੈਸੇ ਤਾਂ ਐਗਜ਼ਾਮਸ ਹੁੰਦੇ ਹੀ ਨਹੀਂ, ਜੇ ਬਾਈ ਚਾਂਸ ਐਗਜ਼ਾਮ ਹੁੰਦੇ ਵੀ ਨੇ ਯੂਨੀਵਰਸਿਟੀ ਸਟੂਡੈਂਟਸ ਦਾ ਜ਼ਿਆਦਾ ਸਾਥ ਦਊਗੀ ਐਗਜ਼ਾਮਸ ਨੂੰ ਵੱਧ ਤੋਂ ਵੱਧ ਈਜ਼ੀ ਕਰਨ ਲਈ ਸਟੂਡੈਂਟਸ ਲਈ, ਕਿਉਂਕਿ ਸਿਲੇਬਸ ਕੰਪਲੀਟ ਨਹੀਂ ਹੋਇਆ ਪ੍ਰੋਪਰ ਕਿਸੇ ਦਾ ਵੀ। ਤੇ ਦੂਜੀ ਗੱਲ, ਬੱਚੇ ਵੈਸੇ ਹੀ ਬਹੁਤ ਜ਼ਿਆਦਾ ਸਟ੍ਰੈਸ 'ਚ ਨੇ, ਪੈਨਿਕ 'ਚ ਨੇ, ਤੇ ਯੂਨੀਵਰਸਿਟੀ ਲਈ ਐਗਜ਼ਾਮ ਕੰਡਕਟ ਕਰਾਉਣਾ ਹੈ ਵੀ ਮੁਸ਼ਕਿਲ। ਇਸ ਲਈ ਯੂਨੀਵਰਸਿਟੀ ਸਟੂਡੈਂਟਸ ਨੂੰ ਹਰ ਜਗ੍ਹਾ ਕੋਆਪਰੇਟ ਕਰੂਗੀ ਤੇ ਐਵੇਂ ਦੇ ਕੁਐਸਚਨ ਪੇਪਰ ਪਾਏ ਜਾਊਗੇ ਵੀ ਸਟੂਡੈਂਟਸ ਨੂੰ ਜ਼ਿਆਦਾ ਵੀ ਡਿਫਿਕਲਟੀ ਨਾ ਆਵੇ ਤੇ ਸਿਲੇਬਸ ਵੀ ਸਾਰਾ ਸਹੀ ਤਰੀਕੇ ਨਾਲ ਮਤਲਬ ਕਿ ਹੋ ਸਕੇ। ਵੀ ਕੋਈ ਜ਼ਿਆਦਾ ਸਿਲੇਬਸ, ਕੋਈ ਜ਼ਿਆਦਾ ਡਿਫਿਕਲਟ ਕੁਐਸਚਨ ਪੇਪਰ ਕਿਸੇ ਵੀ ਕਲਾਸ ਦਾ, ਕਿਸੇ ਵੀ ਈਅਰ ਦਾ ਮੈਨੂੰ ਲੱਗਦਾ ਯੂਨੀਵਰਸਿਟੀ ਨਹੀਂ ਪਾਊਗੀ, ਜੇ ਬਾਈ ਚਾਂਸ ਐਗਜ਼ਾਮਸ ਹੁੰਦੇ ਵੀ ਨੇ। ਠੀਕ ਹੈ ਸਰ, ਥੈਂਕ ਯੂ ਸੋ ਮਚ। ਮੈਂ ਹੁਣ ਸਟੂਡੈਂਟ ਕੁਐਰੀਜ਼ ਤੇ ਆਨੀ ਹੈ। ਕਾਫੀ ਸਟੂਡੈਂਟ ਕੁਐਰੀ ਸਾਨੂੰ ਆਈ ਸੀ ਅੱਜ ਮੈਸੇजेस 'ਚ, ਟੂ ਮੈਨੀ ਕੁਐਸਚਨਸ। ਤੇ ਉਹਨਾਂ ਚੋਂ ਇੱਕ ਕੁਐਸਚਨ ਹੈ, ਇੱਕ ਸਭ ਤੋਂ ਪਹਿਲਾਂ ਇੱਕ ਐਲੀਗੇਸ਼ਨ ਹੈ ਜਿਹੜੀ ਲਾਈ ਗਈ ਹੈ। ਇਟ ਇਜ਼ ਸੈਡ ਕਿ ਮਤਲਬ ਆਪੋਜ਼ਿਟ ਪਾਰਟੀਜ਼ ਕਹਿ ਰਹੀਆਂ ਨੇ, ਜਿਹੜੀ ਆਪੋਜੀਸ਼ਨ ਦੀ ਸਟੂਡੈਂਟ ਪਾਰਟੀਜ਼ ਹੈ ਉਹ ਕਹਿ ਰਹੀਆਂ ਨੇ ਕਿ ਤੁਸੀਂ ਫੀ ਹਾਈਕ ਦੇ ਟਾਈਮ ਜਿਹੜੀ ਪ੍ਰੋਟੈਸਟ ਹੋਈਆਂ ਸੀ ਉਹ 'ਚ ਵੀ ਕੋਈ ਪਾਰਟ ਨਹੀਂ ਲਿੱਤਾ ਸੀ ਐਂਡ ਯੂ ਹੈਵ ਬੀਨ ਟੇਕਿੰਗ ਫਾਲਸ ਕ੍ਰੈਡਿਟ ਰਿਲੇਟਡ ਟੂ ਇਟ, ਕਿ ਜਿਹੜੀਆਂ ਇਹ ਸਾਰੀ ਫੀ ਹਾਈਕ ਹੋਈ ਹੈ ਉਹਦੇ ਤੁਸੀਂ ਫਾਲਸ ਕ੍ਰੈਡਿਟ ਲੈ ਰਹੇ ਹੋ ਤੇ ਇਹਦੇ 'ਚ ਤੁਸੀਂ ਕੋਈ ਪਾਰਟਿਸਿਪੇਟ ਨਹੀਂ ਕੀਤਾ ਐਂਡ ਯੂ ਵਾਂਟ देयर ਫॉर द ਪ੍ਰੋਟੈਸਟ ਈਦਰ। ਤਾਂ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਮ ਉਹ ਤੁਹਾਨੂੰ ਪਹਿਲਾਂ ਫੀ ਹਾਈਕ ਦਾ ਪੂਰਾ ਇਸ਼ੂ ਕਲੀਅਰ ਕੀਤਾ ਹੈ A to Z, ਵੀ ਜਿਵੇਂ ਫਰਵਰੀ ਤੋਂ ਲੈ ਕੇ ਹੁਣ ਤੱਕ ਚੱਲਦਾ ਹੈ। ਜਾਂ ਸਾਨੂੰ 10 ਦਿਨ ਪਹਿਲਾਂ ਸਿੰਡੀਕੇਟ ਮੈਂਬਰਸ ਨੇ ਪੂਰੀ ਸ਼ੋਰਟੀ ਦੇਤੀ ਵੀ ਅਸੀਂ ਫੀਸ ਨਾਟ ਈਵਨ ਅ ਸਿੰਗਲ ਪੈਨੀ ਨਹੀਂ ਅਸੀਂ ਵਧਾਉਣੀ, ਤੇ ਅਸੀਂ ਕਿਸ ਚੀਜ਼ ਦੀ ਉੱਥੇ ਪ੍ਰੋਟੈਸਟ ਕਰਦੇ? ਜਾਂ ਤਾਂ ਸਾਨੂੰ ਇਹ ਹੁੰਦਾ ਵੀ ਫੀਸ ਨਹੀਂ ਵਧਣੀ, ਮੈਂ ਪੂਰਾ ਸ਼ੋਰ ਸੀ ਹਫਤਾ 10 ਦਿਨ ਪਹਿਲਾਂ। ਤੇ ਤੁਸੀਂ ਫਸਟ ਟਾਈਮ ਹੋਇਆ ਸਿੰਡੀਕੇਟ ਦੀ ਮੀਟਿੰਗ 'ਚ ਵੀ ਇਸ਼ੂ ਬਿਨਾਂ ਡਿਸਕਸ ਕੀਤੇ ਸਕ੍ਰੈਪ ਹੋਇਆ। ਉਹਨਾਂ ਨੇ ਉਹ ਇਸ਼ੂ ਦੇਖੇ ਨਹੀਂ, ਸਾਰੇ ਸਿੰਡੀਕੇਟ ਦੇ ਮੈਂਬਰਸ ਦਾ ਇੱਕੋ ਕਹਿਣਾ ਸੀ ਵੀ ਫੀ ਹਾਈਕ ਇਸ ਸਾਲ ਕਰਨੀ ਹੀ ਨਹੀਂ। ਤੇ ਉਹਨਾਂ ਨੇ ਫਿਰ ਵੀ ਮਤਲਬ ਜਦ ਪ੍ਰੋਟੈਸਟ ਚੱਲ ਰਹੇ ਸੀ ਤਾਂ ਤੁਸੀਂ ਯੂ ਕੁਡ ਹੈਵ ਗੋਨ ਐਂਡ ਹੈਲਪਡ, ਜਾਂ ਤੁਸੀਂ ਕਹਿ ਸਕਦੇ ਸੀ ਕਿ ਮਤਲਬ ਦ ਡਿਸੀਜਨਸ ਆਰ ਕੁਆਇਟ ਮਤਲਬ ਇੱਕ ਸਾਈਡ ਨੂੰ ਹੀ ਰਹਿਣਗੇ ਡਿਸੀਜਨ। ਮੈਮ ਮੈਂ ਸਭ ਨੂੰ ਦੱਸਿਆ, ਮੈਨੂੰ ਜਿਹਨੇ ਨੇ ਪੁੱਛਿਆ, ਮੈਂ ਈਵਨ ਕਿ ਹੋਰ ਵੀ ਆਰਗੇਨਾਈਜੇਸ਼ਨਾਂ ਨੂੰ ਕਾਫੀਆਂ ਨੂੰ ਦੱਸਿਆ ਵੀ ਇਸ ਸਾਲ ਫੀਸ 1 ਰੁਪਿਆ ਵੀ ਨਹੀਂ ਵਧਣੀ। ਹਾਂ, ਜੋ ਫਿਰ ਵੀ ਜਾ ਕੇ ਉੱਥੇ ਪ੍ਰੋਟੈਸਟ ਕਰਨਾ ਚਾਹੁੰਦੇ ਸੀ, ਜੇ ਉਹਨਾਂ ਨੂੰ ਲੱਗਦਾ ਸੀ ਵੀ ਸਟੂਡੈਂਟਸ ਲਈ ਵੀ ਸ਼ਾਇਦ ਫੀਸ ਵੱਧ ਜੇ, ਉਹ ਚੰਗੀ ਗੱਲ ਸੀ। ਜੇ ਉਹ ਕੰਸਰਨਡ ਸੀਗੇ ਸਟੂਡੈਂਟਸ ਲਈ, ਉਹਨਾਂ ਦੀ ਸਰਾਹਨਾ ਕਰਦੇ ਆ ਇਸ ਚੀਜ਼ ਨੂੰ ਲੈ ਕੇ ਅਸੀਂ ਵੀ। ਚਲੋ ਸਟੂਡੈਂਟ ਕਮਿਊਨਿਟੀ ਇਸ ਇਸ਼ੂ ਤੇ ਇਕੱਠੀ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਫੀ ਹਾਈਕ ਨੂੰ ਲੈ ਕੇ ਇਕੱਠੀ ਰਹੀ ਹੈ। ਬਹੁਤ ਚੰਗੀ ਗੱਲ ਹੈ ਜੇ ਉਹਨਾਂ ਨੇ ਪ੍ਰੋਟੈਸਟ ਕੀਤੀ ਹੈ, ਬਟ ਅਸੀਂ ਆਪਦੇ ਵੱਲੋਂ ਕਲੀਅਰ ਸੀ ਵੀ 1 ਰੁਪਿਆ ਵੀ ਫੀਸ ਦਾ ਨਹੀਂ ਵਧਣਾ, ਕਿਉਂਕਿ ਐਜ਼ ਅ ਸਟੂਡੈਂਟ ਕਾਉਂਸਲ ਪ੍ਰੈਜ਼ੀਡੈਂਟ ਸਭ ਤੋਂ ਪਹਿਲੀ ਜ਼ਿੰਮੇਵਾਰੀ ਮੇਰੀ ਬਣਦੀ ਹੈ। ਜੇ 1 ਰੁਪਿਆ ਵੀ ਯੂਨੀਵਰਸਿਟੀ 'ਚ ਫੀਸ ਦਾ ਵੱਧਦਾ ਹੈ ਤੇ ਮੈਂ ਉਸ ਚੀਜ਼ ਦੀ ਪੂਰੀ ਜ਼ਿੰਮੇਵਾਰੀ ਲੈਣੀ ਸੀ। ਜੇ ਵਧਾਉਣ ਦੀ ਸਿੰਡੀਕੇਟ ਤੇ ਮੈਂ ਪੂਰਾ ਸ਼ੋਰ ਸੀ ਨਹੀਂ ਵਧੂਗੀ, ਇਸੇ ਲਈ ਸਾਨੂੰ ਕੋਈ ਪ੍ਰੋਟੈਸਟ ਕਰਨ ਦੀ ਮੈਮ ਲੋੜ ਨਹੀਂ ਪਈ। ਜੀ ਸਰ, ਬਾਕੀ ਕੁਐਰੀਜ਼ ਇਹ ਨੇ, ਜਿਵੇਂ ਪਹਿਲੀ ਕੁਐਰੀ ਇਹ ਹੈ ਕਿ ਜਿਹੜੇ ਪ੍ਰੈਕਟੀਕਲ ਸਬਜੈਕਟਸ ਵਾਲੇ ਸਟੂਡੈਂਟਸ ਨੇ, ਜਿਨ੍ਹਾਂ ਕੋਲ ਪ੍ਰੈਕਟੀਕਲ ਸਬਜੈਕਟਸ ਹੈਗੇ ਨੇ, ਉਹਨਾਂ ਦੇ ਮਾਰਕਸ ਕਿਵੇਂ ਲੱਗਣਗੇ ਤੇ ਉਹਨਾਂ ਦੇ ਕਿਵੇਂ ਮਤਲਬ, ਕਿਉਂਕਿ ਉਹਨਾਂ ਨੇ ਤਾਂ ਕਦੇ ਹਜੇ ਤੱਕ ਪ੍ਰੈਕਟੀਕਲ ਆਪਣੇ ਅੱਧੇ ਸਮੈਸਟਰ ਤੋਂ ਜ਼ਿਆਦਾ ਉਹਨਾਂ ਨੇ ਆਪਣੇ ਪ੍ਰੈਕਟੀਕਲਸ ਪਰਫਾਰਮ ਨਹੀਂ ਕੀਤੇ ਤੇ ਕਾਫੀ ਪ੍ਰੈਕਟੀਕਲਸ ਮਿਸ ਆਊਟ ਹੋਏ ਆ ਬਿਕਾਜ਼ ਆਫ ਦਿਸ ਪੈਂਡੇਮਿਕ। ਤਾਂ ਉਹ ਆਪਣੇ ਮਤਲਬ ਉਹਦੇ ਹਿਸਾਬ ਨਾਲ ਕਿਵੇਂ ਮਾਰਕ ਕੀਤੇ ਜਾਣਗੇ, ਕਿਵੇਂ ਹਾਊ ਆਰ ਦੇ ਸਪੋਜ਼ਡ ਟੂ ਪਰਫਾਰਮ ਅਕੋਰਡਿੰਗ ਟੂ ਆਲ ਆਫ ਦਿਸ ਸਿਚੁਏਸ਼ਨ? ਜਿਹੜੇ ਬੇਸਿਸ ਤੇ ਬਿਲਕੁਲ ਕਲੀਅਰਲੀ ਪੈਕ ਨੇ ਮਾਰਕਸ ਦਿੱਤੇ ਨੇ ਸਟੂਡੈਂਟਸ ਨੂੰ, ਕਿਉਂਕਿ ਬੀਟੈਕ 'ਚ ਵੀ ਬਹੁਤ ਸਾਰੇ ਪ੍ਰੈਕਟੀਕਲ ਐਗਜ਼ਾਮਸ ਹੁੰਦੇ ਨੇ, ਉਹ ਸੇਮ ਪੈਟਰਨ ਪੀਯੂ ਫੋਲੋ ਕਰਨਾ ਚਾਹ ਰਹੇ ਆ। ਉਹ 'ਚ ਥੋੜੇ ਬਹੁਤ ਚੇਂਜਸ ਕੀਤੇ ਨੇ ਸਾਡੇ ਜਿਹੜੇ ਐਗਜ਼ਾਮੀਨੇਸ਼ਨ ਬ੍ਰਾਂਚ ਹੈ ਉਹਨਾਂ ਨੇ, ਤੇ ਉਹ ਪੂਰਾ ਆਪਣਾ ਬਣਾ ਕੇ ਉਹਨੂੰ ਪ੍ਰੋਪਰਲੀ ਵੀ ਕਿਵੇਂ ਕੰਡਕਟ ਕੀਤਾ ਜਾਊਗਾ ਤੇ ਕਿਵੇਂ ਪ੍ਰਮੋਟ ਕੀਤੇ ਜਾਊਗੇ ਸਟੂਡੈਂਟਸ, ਥਿਓਰੀ 'ਚ ਕਿਵੇਂ ਪ੍ਰੈਕਟੀਕਲ 'ਚ ਕੀਤੇ ਜਾਊਗੇ, ਜਾਂ ਕੋਈ ਵੀ ਹੋਰ ਇੰਟਰਨਲ ਅਸੈਸਮੈਂਟ ਹੈ, ਉਹਦਾ ਸਾਰਾ ਮਤਲਬ A to Z ਉਹਨਾਂ ਨੇ ਤਿਆਰ ਕਰ ਲਿਆ ਪੈਟਰਨ ਤੇ ਉਹ ਉਹੀ ਫਾਰਵਰਡ ਕੀਤਾ ਹੋਇਆ। ਤੇ ਸੇਮ ਮੈਂ ਦੱਸਣਾ ਚਾਹੁੰਦਾ ਸਟੂਡੈਂਟਸ ਨੂੰ ਪੈਕ 'ਚ ਜਿਵੇਂ ਹੋਇਆ ਆਲਮੋਸਟ ਪੈਕ ਵਾਲਾ ਹੀ ਆਪਣਾ ਪੈਟਰਨ ਫੋਲੋ ਕੀਤਾ ਜਾਊਗਾ ਤੇ ਉਹ ਕੁਝ ਚੇਂਜਿੰਗ ਨਹੀਂ ਆਉਂਦੀ ਉਹਦੇ 'ਚ।
ਸਰ ਇੱਕ ਹੋਰ ਕੁਐਸਚਨ ਹੈ, ਐਮਸੀਐਮ ਤੋਂ ਐਮਐਫਟੀ ਦੇ ਕਿਸੇ ਸਟੂਡੈਂਟ ਨੇ ਭੇਜਿਆ ਹੈ, ਇਟਸ ਅ ਸਟੂਡੈਂਟ ਕੁਐਰੀ ਅਗੇਨ। ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਾਲਜ ਵਾਲੇ ਨੇ ਉਹ ਸਟੂਡੈਂਟਸ ਨੂੰ ਕਹਿ ਰਹੇ ਨੇ ਕਿ ਆਨਲਾਈਨ ਕੋਰਸਸ ਲਓ ਵਿਚ ਆਰ ਪੇਡ, ਜਿਨ੍ਹਾਂ ਵਾਸਤੇ ਪੇ ਕਰਨਾ ਪੈ ਰਿਹਾ ਅੱਡ ਤੋਂ। ਤੇ ਦੇ ਆਰ ਲਾਈਕ ਫਰਮ ਅ ਡਿਫਰੈਂਟ ਵੈਬਸਾਈਟ ਉਧਰ, ਔਰ ਉਹਨਾਂ ਦੀ ਫੀ ਜਿਹੜੀ ਆਨਲਾਈਨ ਕੋਰਸਸ ਹੈ ਉਹ 2000 ਤੋਂ ਸਟਾਰਟ ਹੋ ਰਹੀ ਹੈ, ਐਜ਼ ਇਨ ਇਟਸ ਰੀਅਲੀ ਐਕਸਪੈਂਸਿਵ। ਤੇ ਕਾਫੀ ਕੰਪਲਸ਼ਨ ਕੀਤੀ ਜਾ ਰਹੀ ਹੈ ਇਸ ਗੱਲ ਪਿੱਛੇ ਕਿ ਮਤਲਬ ਯੂ ਆਰ ਸਪੋਜ਼ ਟੂ ਗੋ ਐਂਡ ਮਤਲਬ ਕੰਪਲਸਰੀ ਹੈ, ਉਹਦੇ ਹਿਸਾਬ ਤੇ ਤੁਹਾਨੂੰ ਮਾਰਕਸ ਮਿਲਣਗੇ ਉਹਦੇ ਬੇਸਿਸ ਤੇ। ਤੇ ਹਾਊ ਇਜ਼ ਦਿਸ ਜਸਟੀਫਾਈਡ ਸਰ? ਮਤਲਬ ਜਦ ਕਿ ਪਤਾ ਹੈ ਕਿ ਕਲੀਅਰ ਹੈ ਕਿ ਵੀ ਹੈਵ ਆਲਰੇਡੀ ਪੇਡ ਫॉर ਆवर ਗ੍ਰੈਜੂਏਸ਼ਨ ਐਂਡ ਐਵਰੀਥਿੰਗ, ਸਾਨੂੰ ਆਨਲਾਈਨ ਕੋਰਸਸ, ਐਕਸਟਰਾ ਆਨਲਾਈਨ ਕੋਰਸਸ ਵਾਸਤੇ ਕਿਵੇਂ ਫੋਰਸ ਕੀਤਾ ਜਾ ਸਕਦਾ ਸਟੂਡੈਂਟਸ ਨੂੰ? ਮੈਮ ਮੈਨੂੰ ਹੁਣੀ ਇਸ ਇਸ਼ੂ ਦਾ ਪਤਾ ਲੱਗਿਆ ਤੁਹਾਡੀ ਕੁਐਰੀ ਦੇ ਥਰੂ। ਜੇ ਐਵੇਂ ਦੀ ਕੋਈ ਵੀ ਗੱਲ ਹੈ ਵੀ ਅਥਾਰਟੀਜ਼ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਜਾਂ ਕੋਈ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਵੀ ਉਹਨਾਂ ਨੂੰ ਕੰਪਲਸਰੀ ਲੈਣਾ ਪੈਣਾ 2000 ਦਾ ਜਿੰਨੇ ਦਾ ਵੀ ਕੋਰਸ ਆਨਲਾਈਨ, ਅਸੀਂ ਇਸ ਚੀਜ਼ ਦੇ ਰਿਗਾਰਡਿੰਗ ਅਥਾਰਟੀ ਨਾਲ ਗੱਲ ਕਰਾਂਗੇ ਤੇ ਇਸ ਚੀਜ਼ ਨੂੰ ਖਤਮ ਕਰਾਵਾਂਗੇ। ਜੀ ਥੈਂਕ ਯੂ ਸਰ। ਤੇ ਅਗਲਾ ਕੁਐਸਚਨ ਹੈ ਸਰ ਕਿ ਜਿਨ੍ਹਾਂ ਦੇ ਸਟੂਡੈਂਟਸ ਦੇ ਰਿਜ਼ਲਟ ਅਵੇਟਡ ਨੇ, ਹਜੇ ਤੱਕ ਕਈ ਸਮੈਸਟਰ ਦੇ ਰਿਜ਼ਲਟ ਨਹੀਂ ਵੀ ਆਏ ਨੇ, ਤੇ ਉਹਨਾਂ ਰਿਜ਼ਲਟਸ ਦਾ ਕੀ ਹੋਏਗਾ? ਐਡਮਿਨ ਦਾ ਕੋਈ ਪਲਾਨ ਹੈ ਉਹਨੂੰ ਲੈ ਕੇ? ਕਿਵੇਂ ਸੈਂਡ ਕੀਤੇ ਜਾਣਗੇ ਰਿਜ਼ਲਟਸ, ਕਿਵੇਂ ਡਿਕਲੇਅਰ ਕਰੇ ਜਾਣਗੇ ਰਿਜ਼ਲਟ? ਸਿਰਫ ਆਨਲਾਈਨ ਭੇਜੇ ਜਾਣਗੇ ਜਾਂ ਕਿਉਂਕਿ ਹੁਣ ਕਾਲਜਸ ਦੇ ਜਿਹੜੇ ਰਿਜ਼ਲਟ ਆਉਂਦੇ ਸੀ, ਡੀਐਮਸੀ ਜਿਹੜੀ ਆਉਂਦੀ ਸੀ ਕਾਲਜਸ ਚ, ਕਿਉਂਕਿ ਕਾਲਜਸ ਬੰਦ ਹੋਣਗੇ ਤਾਂ ਡੀਐਮਸੀ ਕਿਵੇਂ ਪਹੁੰਚਣਗੇ ਸਾਰਿਆਂ ਦੇ ਘਰ? ਮੈਮ ਸਾਰੇ ਆਪਣਾ ਕੀ ਕਹਿੰਦੇ ਜਿੰਨੇ ਵੀ ਕੋਰਸਿਸ ਨੇ ਜਿਨ੍ਹਾਂ ਦੇ ਰਿਜ਼ਲਟ ਡਿਕਲੇਅਰ ਹੋਣੇ, ਸਭ ਦੀ ਡੀਐਮਸੀ ਰੈਡੀ ਹੈ ਐਗਜ਼ਾਮੀਨੇਸ਼ਨ ਬ੍ਰਾਂਚ ਵਿੱਚ। ਉਹੀ ਹੈ ਵੀ ਜਦੋਂ ਤੱਕ ਮਾਹੌਲ ਨਾਰਮਲਾਈਜ਼ ਨਹੀਂ ਹੁੰਦਾ ਯੂਨੀਵਰਸਿਟੀ ਉਹਨੂੰ ਪ੍ਰੋਸੈਸ ਨਹੀਂ ਕਰ ਸਕਦੀ, ਬਟ ਐਗਜ਼ਾਮੀਨੇਸ਼ਨ ਬ੍ਰਾਂਚ ਯੂਨੀਵਰਸਿਟੀ ਦੀ ਪ੍ਰੋਪਰ ਸਾਰਾ ਕੰਮ ਕਰ ਰਹੀ ਹੈ। ਮੈਂ ਆਪ ਮੈਮ ਉੱਥੇ ਦੇਖ ਕੇ ਆਇਆ ਹਰ ਚੀਜ਼ ਨੂੰ A to Z, ਚਾਹੇ ਡੀਐਮਸੀ ਦੀ ਗੱਲ ਹੈ, ਚਾਹੇ ਆਉਣ ਵਾਲੇ ਆਪਣਾ ਪੇਪਰਸ ਦੀ ਜਿਹੜੀ ਇਹਨਾਂ ਨੇ ਐਸਓਪੀ ਤਿਆਰ ਕੀਤੀ ਹੈ, ਹਰ ਚੀਜ਼ ਲਈ ਯੂਨੀਵਰਸਿਟੀ ਪੂਰੀ ਤਰ੍ਹਾਂ ਤਿਆਰ ਹੈ ਤੇ ਤਾਂ ਹੀ ਉਹਨਾਂ ਨੇ ਐਸਓਪੀ ਰਿਲੀਜ਼ ਕੀਤੀ ਹੈ। ਪਲੱਸ ਜਿਹੜੀ ਆ ਡੀਐਮਸੀਜ਼ ਦਾ ਕੇਸ ਹੈ ਸਟੂਡੈਂਟਸ ਦਾ, ਇਹ ਜਦੋਂ ਨਾਰਮਲਾਈਜ਼ ਹੋਊਗਾ, এনवायरमेंट ਪੂਰਾ ਆਪਣਾ ਕੀ ਕਹਿੰਦੇ ਕੰਟਰੋਲਡ ਹੋ ਜਾਊਗਾ, ਉਹ ਤੋਂ ਬਾਅਦ ਡੀਐਮਸੀਜ਼ ਆਊਗੀਆਂ ਹਰ ਇੱਕ ਸਟੂਡੈਂਟ ਦੀ ਕਾਲਜ ਚ, ਜਿਹੜੇ ਕਾਲਜ ਚ ਨੇ ਉਹਦੇ ਡਿਪਾਰਟਮੈਂਟ ਚ ਨੇ, ਜਿਹੜੇ ਸਟੂਡੈਂਟ ਡਿਪਾਰਟਮੈਂਟਾਂ ਚ ਆਊਗੀਆਂ। ਬਿਲकुल सर। और सर आई वांटेड टू आस्क कि क्या कहते हैं, इधर एक और क्वेश्चन है कि जिन्हां ਦੇ ਬੈਕਲੌਗਸ ਹੈਗੇ ਨੇ, ਜਿਨ੍ਹਾਂ ਨੇ ਰੀਵੈਲੂਏਸ਼ਨ ਵਗੈਰਾ ਸਬਮਿਟ ਕੀਤੀ ਹੋਈ ਹੈ, ਉਹਨਾਂ ਦਾ ਵੀ ਸੇਮ ਸਿਸਟਮ ਹੋਏਗਾ ਕਿ ਮਤਲਬ ਜਿਵੇਂ ਫਾਈਨਲ ਈਅਰ ਦੇ ਵੀ ਕਈ ਸਟੂਡੈਂਟਸ ਨੇ ਜਿਨ੍ਹਾਂ ਨੇ 3rd 4th ਸਮੈਸਟਰ ਦੀ ਰੀਵੈਲੂਏਸ਼ਨ ਵਗੈਰਾ ਭਰੀਆਂ ਹੋਈਆਂ ਨੇ, ਤੇ ਉਹਨਾਂ ਦਾ ਕੀ ਕਿਵੇਂ ਕਰਾਂਗੇ ਆਪਾਂ? ਹਾਊ ਇਜ਼ ਦ ਐਡਮਿਨ ਕੋਪਡ ਅਪ ਫॉर दैट? ਜਿਹੜੇ ਰੀਵੈਲੂਏਸ਼ਨ ਜਿਨ੍ਹਾਂ ਨੇ ਮੈਮ ਸਟੂਡੈਂਟਸ ਨੇ ਭਰੀ ਹੋਈ ਆ ਉਹਦੇ ਐਗਜ਼ਾਮਸ ਚੈੱਕ ਹੋ ਰਹੇ ਨੇ, ਤੇ ਜਿਨ੍ਹਾਂ ਦੇ ਰਿਜ਼ਲਟ ਬਣ ਗਏ ਨੇ, ਆਨਲਾਈਨ ਰਿਜ਼ਲਟ ਯੂਨੀਵਰਸਿਟੀ ਡਿਕਲੇਅਰ ਕਰੀ ਜਾ ਰਹੀ ਹੈ ਹਰ ਇੱਕ ਕਲਾਸ ਦੇ, ਜਿਵੇਂ ਜਿਵੇਂ ਤਿਆਰ ਕਰ ਰਹੀ ਹੈ। ਤੇ ਜੁਲਾਈ ਦੇ ਅੰਦਰ ਸਭ ਦੇ A to Z ਜਿੰਨੇ ਵੀ ਰਿਜ਼ਲਟਸ ਨੇ, ਕਿਉਂਕਿ ਯੂਨੀਵਰਸਿਟੀ ਦਾ ਇਸ ਟਾਈਮ ਮੇਨ ਫੋਕਸ ਹੈ ਜਿਹੜੇ ਪੈਂਡਿੰਗ ਰਿਜ਼ਲਟ ਨੇ, ਚਾਹੇ ਕਿਸੇ ਵੀ ਕਲਾਸ ਦੇ ਨੇ, ਫਸਟ ਈਅਰ, ਸੈਕੰਡ ਈਅਰ, ਚਾਹੇ ਫਾਈਨਲ ਈਅਰ, ਤੇ ਕਰੂਗੀ ਯੂਨੀਵਰਸਿਟੀ। ਹੈਲੋ, ਆ ਰਹੀ ਹੈ ਮੈਮ ਹਾਂਜੀ ਆਵਾਜ਼? ਹਾਂਜੀ ਆ ਗਿਆ। ਹਾਂਜੀ ਹਾਂ, ਹਾਂਜੀ ਬਿਲकुल। ਹਾਂਜੀ ਹਾਂਜੀ। ਜਿਹੜੇ ਵੀ ਆਪਣਾ ਸਟੂਡੈਂਟਸ ਦੇ ਰੀਵੈਲੂਏਸ਼ਨ ਦਾ ਕੇਸ ਹੈ ਵੀ ਯੂਨੀਵਰਸਿਟੀ ਸਭ ਦਾ ਰਿਜ਼ਲਟ ਤਿਆਰ ਕਰ ਰਹੀ ਹੈ ਤੇ ਜਲਦੀ ਤੋਂ ਜਲਦੀ ਆਨਲਾਈਨ ਡਿਕਲੇਅਰ ਕਰੀ ਜਾਊਗੀ। ਤੇ ਜਿਹੜਾ ਡੀਐਮਸੀਆਂ ਦਾ ਕੇਸ ਹੈ ਨਾਲ ਦੀ ਨਾਲ ਡੀਐਮਸੀਆਂ ਵੀ ਬਣਾ ਰਹੇ ਨੇ, ਤੇ ਉਹ ਡੀਐਮਸੀਜ਼ ਵੀ ਸਟੂਡੈਂਟਸ ਨੂੰ ਆਪਦੇ ਕਾਲਜਿਸ ਤੇ ਆਪਦੇ ਡਿਪਾਰਟਮੈਂਟਸ ਟਾਈਮਲੀ ਯੂਨੀਵਰਸਿਟੀਆਂ ਆਪਣਾ ਐਗਜ਼ਾਮੀਨੇਸ਼ਨ ਬ੍ਰਾਂਚ ਪਹੁੰਚਾ ਦੂਗੀ। ਜੀ ਸਰ। ਸਰ ਜਿਹੜੀ ਅਸੈਸਮੈਂਟਸ ਵਗੈਰਾ ਹੋਣਗੀਆਂ ਉਹ ਕਿਸ ਬੇਸਿਸ ਤੇ ਲਿੱਤੀਆਂ ਜਾਣਗੀਆਂ? ਜਿਹੜੀ ਮਤਲਬ ਜੇ ਐਗਜ਼ਾਮਸ ਨਹੀਂ ਹੋਏ, ਤੁਸੀਂ ਕਹਿ ਰਹੇ ਹੋ ਕਿ ਅਸੈਸਮੈਂਟ ਕੀਤੀ ਹਾਂਜੀ ਜਾਊਗੀ, ਐਂਡ ਕਿਸ ਹਾਂਜੀ ਬੇਸਿਸ ਤੇ ਉਹ ਕੀਤਾ ਜਾਊਗਾ? ਕਿਸ ਬੇਸਿਸ ਤੇ ਸਟੂਡੈਂਟਸ ਨੂੰ ਮਾਰਕਸ ਦਿੱਤੇ ਜਾਣਗੇ? ਮਤਲਬ ਟੀਚਰਸ ਵੱਲੋਂ ਪਾਰਸ਼ੈਲਿਟੀ ਵੀ ਹੁੰਦੀ ਹੈ, ਕਈ ਟੀਚਰਸ ਪਾਰਸ਼ਲ ਹੁੰਦੇ ਨੇ। ਆਮ ਸੌਰੀ ਸਰ, ਤੁਹਾਡਾ ਕਨੈਕਸ਼ਨ ਥੋੜਾ ਵੀਕ ਆ ਰਿਹਾ। ਹੈਲੋ ਹੈਲੋ। ਇੱਕ ਸੈਕਿੰਡ ਸਰ, ਕਨੈਕਟ ਹੋ ਰਿਹਾ ਹਜੇ, 1 ਮਿੰਟ ਸਰ। ਇੱਕ ਸੈਕਿੰਡ, ਤੁਸੀਂ ਉਹ ਕੁਐਸਚਨ ਫਿਰ ਤੋਂ ਆਨਸਰ ਕਰ ਸਕਦੇ ਹੋ? ਤੁਹਾਡਾ ਕਨੈਕਟ ਹੋ ਰਿਹਾ ਹਜੇ, ਦ ਇੰਟਰਨੈਟ ਕਨੈਕਸ਼ਨ ਇਜ਼ ਰੀਅਲੀ ਬੈਡ।
ਅਸੀਂ ਫਿਰ ਉਹਨਾਂ ਨੂੰ ਐਡ ਆਨ ਕਰ ਰਹੇ ਨੇ। ਆਮ ਸੋ ਸੌਰੀ, there were some network glitches. I hope that's okay. Just a minute till he comes back again. Just a minute, everybody. ਉਹਨਾਂ ਨੂੰ ਵਾਪਸ ਕਨੈਕਟ ਕਰ ਰਹੇ ਹਾਂ ਅਸੀਂ। 1 ਮਿੰਟ ਪਲੀਜ਼। एग्जाम्स वगैरह बारे चेतन हैज जस्ट सेड अबाउट द एग्जाम्स एंड एवरीथिंग एवरीवन। एग्जाम दी क्वेरीज हजे एड्रेस होईयां ने एंड इट इज सेड कि हजे एग्जाम्स आर नॉट श्योर। पहली प्रायोरिटी स्टूडेंट्स वास्ते दिती जा रही है एंड can you please ask about supply exams of supply exams of final year ਜਿਹੜੀ ਰੀਵੈल्यूएशन और बैकलॉग्स ਹੈਗੀਆਂ ਨੇ फाइनल ईयर ਦੀ ਜਾਂ ਕਿਸੇ ਵੀ ईयर ਦੀ they will be addressed as soon as possible। ਤੇ ਜਿਹੜੀ SOP आई है the standard of procedure through the university that is just a tentative SOP। ਉਹ ਵੀ ਤਾਂ ਜੇ एग्जाम्स कंडक्ट ਕੀਤੇ ਜਾਣਗੇ ਕਿਉਂਕਿ ਅੱਜਕੱਲ ਦੇ ਹਾਲਾਤ ਦੇਖ ਕੇ they see that they seeing कि एक second I was just okay yeah। यस सर। ਹਾਂਜੀ ਉਹ ਨੈਟਵਰਕ ਪ੍ਰੋਬਲਮ ਹੋ ਗਈ ਸੀ। ਬਿਲਕੁਲ। ਤੇ ਅਸੀਂ ਬੈਕਲੌਗਸ ਬਾਰੇ ਗੱਲ ਕਰ ਰਹੇ ਸੀ ਔਰ ਰੀਵੈਲਿਊਏਸ਼ਨ ਬਾਰੇ ਕਾਫੀ ਕੁਐਸਚਨਸ ਆ ਰਹੇ ਉਹਦੇ ਰਿਗਾਰਡਿੰਗ ਜਿਹੜੀ ਫਾਈਨਲ ਈਅਰ ਦੇ ਰੀਵੈਲਿਊਏਸ਼ਨਸ ਵਗੈਰਾ ਨੇ ਜਿਹੜੇ ਉਹਨਾਂ ਨੇ ਭਰੇ ਆ ਔਰ ਰੀਅਪੀਅਰ ਔਰ ਸਪਲੀ ਦੇ ਪੇਪਰ ਨੇ ਉਹਨਾਂ ਵਾਸਤੇ ਕਿਵੇਂ ਮੈਨੇਜ ਕਰਨਗੇ ਸਟੂਡੈਂਟਸ ਜਾਂ ਐਡਮਿਨ ਕਿਵੇਂ ਮੈਨੇਜ ਕਰ ਰਹੀ ਹੋ ਸਭ ਚੀਜ਼ਾਂ ਨੂੰ। ਯੂਨੀਵਰਸਿਟੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਸਾਰੇ ਰਿਜ਼ਲਟਸ ਜਿੰਨੇ ਵੀ ਪੈਂਡਿੰਗ ਨੇ ਸਪੈਸ਼ਲੀ ਫਾਈਨਲ ਈਅਰ ਦੇ ਜਿੰਨੇ ਵੀ ਸਟੂਡੈਂਟਸ ਨੇ ਰੀਵੈਲਿਊਏਸ਼ਨ ਭਰੀ ਹੈ ਉਹ ਸਾਰਾ ਕੁਝ ਪ੍ਰਿਪੇਅਰ ਕਰ ਰਹੀ ਹੈ ਆਪਣਾ। ऑलमोस्ट चेकिंग भी हो चुकी है, ऑनलाइन रिजल्ट डिक्लेयर करने ने प्लस DMCs भी यूनिवर्सिटी एग्जामिनेशन ब्रांच ने तैयार किए हुए ने। जल्दी तो जल्दी हो जिवें कॉलेजेस ओपन होणगे की पता कई स्टूडेंट्स दे कॉलेजेस च आ भी गए क्योंकि स्टूडेंट कॉलेजेस जा नहीं सकते ऑफिस च जा नहीं सकते पता नहीं कर सकते मोस्टली वो पहुंच भी गई ਤੇ ਜਿਹੜੀਆਂ ਰਹਿ ਗਈਆਂ ਉਹਦੇ ਬਾਰੇ ਵੀ ਅਸੀਂ ਕੰਟਰੋਲਰ ਸਰ ਨਾਲ ਗੱਲ ਕਰਕੇ ਜਲਦੀ ਤੋਂ ਜਲਦੀ ਸਟੂਡੈਂਟਸ ਨੂੰ ਸਪੈਸ਼ਲੀ ਫਾਈਨਲ ਈਅਰ ਵਾਲੇ ਸਟੂਡੈਂਟਸ ਦੀਆਂ ਤਿਆਰ ਕਰਾ ਕੇ ਕਾਲਜਸ ਤੇ ਡਿਪਾਰਟਮੈਂਟਸ ਜਿੱਥੇ ਵੀ ਰੀਜਨਲ ਸੈਂਟਰ ਨੇ ਸਾਰੀ ਜਗ੍ਹਾ ਪਹੁੰਚਦੀਆਂ ਕਰਾਂਗੇ ਮੈਂ। ਜੀ ਸਰ। ਔਰ ਸਰ ਜਿਵੇਂ ਮੈਂ ਪਹਿਲਾਂ ਗੱਲ ਕਰ ਰਹੀ ਸੀ ਕਿ ਜਿਹੜੇ ਅਸੈਸਮੈਂਟਸ ਲੱਗਣਗੀਆਂ ਸਟੂਡੈਂਟਸ ਦੀਆਂ ਕਿਉਂਕਿ ਐਗਜ਼ਾਮਸ ਜੇ ਨਾ ਹੋਏ ਤਾਂ ਫਿਰ ਜਿਹੜੀ ਟੀਚਰਸ ਵੱਲੋਂ ਪਾਰਸ਼ੈਲਿਟੀ ਹੈ ਸਟੂਡੈਂਟਸ ਵਾਸਤੇ ਉਹਨਾਂ ਨੂੰ ਕਿਵੇਂ ਆਪਾਂ ਮੈਨੇਜ ਕਰਾਂਗੇ ਬਿਕਾਜ਼ ਕਈ ਟੀਚਰਸ ਹੈਗੇ ਨੇ ਫੇਵਰਿਟ ਸਟੂਡੈਂਟਸ ਔਰ ਪਾਰਸ਼ੈਲਿਟੀ ਪਿੱਛੇ ਗੱਲਾਂ ਹੋ ਜਾਂਦੀਆਂ ਨੇ ਪ੍ਰੋਬਲਮਸ ਆ ਜਾਂਦੀਆਂ ਨੇ ਤੇ ਮਾਰਕਸ ਵੱਧ ਘੱਟ ਪੈ ਜਾਂਦੇ ਨੇ ਤਾਂ ਫਿਰ ਸਟੂਡੈਂਟਸ ਨੂੰ ਉਹਦੇ ਵਾਸਤੇ ਪ੍ਰੋਬਲਮਸ ਹੋਣਗੀਆਂ ਉਹ ਕਿੱਥੇ ਜਾ ਕੇ ਐਡਰੈਸ ਹੋਣਗੀਆਂ। ਮੈਮ ਜਿਹੜੀਆਂ ਅਸੈਸਮੈਂਟ ਦੀ ਗੱਲ ਕੀਤੀ ਤੁਸੀਂ ਯੂਨੀਵਰਸਿਟੀ ਕੀ ਪਲਾਨ ਤਿਆਰ ਕਰ ਰਹੀ ਹੈ ਉਹਦੇ ਰਿਗਾਰਡਿੰਗ ਯੂਨੀਵਰਸਿਟੀ 2-3 ਚੀਜ਼ਾਂ ਤੇ ਅੱਡ-ਅੱਡ ਕੰਮ ਕਰ ਰਹੀ ਹੈ ਪਲੱਸ ਇੱਕ ਤਾਂ ਜਿਹੜੀਆਂ ਇੰਟਰਨਲ ਅਸੈਸਮੈਂਟਸ ਹੁਣ ਲੌਕਡਾਊਨ ਦੇ ਪੀਰੀਅਡ 'ਚ ਲਈਆਂ ਨੇ ਟੀਚਰਸ ਨੇ ਜੋ ਵੀ ਸਟੂਡੈਂਟਸ ਤੋਂ ਲਿੱਤਾ ਆਨਲਾਈਨ। ਹੈਲੋ ਹਾਂਜੀ ਹਾਂਜੀ ਜੀ ਹੈਲੋ ਆ ਰਹੀ ਹੈ ਮੈਮ ਬਸ ਜੋ ਵੀ ਮੈਮ ਸਟੂਡੈਂਟਸ ਤੋਂ ਆਪਣਾ ਅਸਾਈਨਮੈਂਟਸ ਲਿੱਤੀਆਂ ਨੇ ਟੀਚਰਸ ਨੇ ਇੱਕ ਤਾਂ ਉਸ ਚੀਜ਼ ਨੂੰ ਕੰਸੀਡਰ ਕਰੂਗੀ ਯੂਨੀਵਰਸਿਟੀ ਤੇ ਦੂਜੀ ਚੀਜ਼ ਜਿਵੇਂ ਕਿ ਸਪੋਜ਼ ਕੋਈ BA ਦਾ ਸਟੂਡੈਂਟ ਹੈ BCom ਦਾ ਸਟੂਡੈਂਟ ਹੈ ਜਾਂ ਫਿਰ ਕਿਸੇ ਵੀ BTech ਦਾ ਸਟੂਡੈਂਟ ਹੈ ਉਹਨਾਂ ਦੀ ਪਿਛਲੇ 5 ਜਾਂ 7 ਸਮੈਸਟਰਾਂ 'ਚ ਕੀ ਪਰਫਾਰਮੈਂਸ ਰਹੀ ਹੈ ਉਸ ਚੀਜ਼ ਨੂੰ ਵੀ ਯੂਨੀਵਰਸਿਟੀ ਧਿਆਨ 'ਚ ਰੱਖੂਗੀ ਤੇ ਇਹਨਾਂ 2-3 ਚੀਜ਼ਾਂ ਨੂੰ ਉਹ ਕਰਕੇ ਆਪਣਾ ਕੀ ਕਹਿੰਦੇ ਦੋਵਾਂ ਨੂੰ ਗ੍ਰਾਫਿਕਲੀ ਆਪਣਾ ਕੈਲਕੂਲੇਟ ਕਰਕੇ ਉਹਦੇ ਹਿਸਾਬ ਨਾਲ ਯੂਨੀਵਰਸਿਟੀ ਰਿਜ਼ਲਟ ਤਿਆਰ ਕਰਨ ਦੀ ਟਰਾਈ ਕਰ ਰਹੀ ਹੈ ਮੈਮ ਤੇ ਉਹਦਾ ਮੈਂ ਤੁਹਾਨੂੰ ਪ੍ਰੋਪਰਲੀ ਆਪਣਾ ਐਕਸਪਲੇਨ ਕਰ ਦੂੰਗਾ ਹਜੇ ਮੈਂ ਕਰ ਨਹੀਂ ਸਕਦਾ ਕਿਉਂਕਿ ਥੋੜੀ ਕੌਨਫੀਡੈਂਸ਼ੀਅਲ ਗੱਲ ਹੈ ਉਹ ਯੂਨੀਵਰਸਿਟੀ ਨੇ ਜੋ ਪਲਾਨ ਤਿਆਰ ਕੀਤਾ ਮੈਂ ਤੁਹਾਨੂੰ ਓਵਰਵਿਊ ਉਹਦਾ ਦੇਤਾ ਥੋੜਾ ਜਿਹਾ ਦੱਸਦਾ ਮੈਮ ਤੇ ਸਟੂਡੈਂਟਸ ਨੂੰ ਕਿਸੇ ਵੀ ਜਗ੍ਹਾ ਕੋਈ ਵੀ ਦਿੱਕਤ ਨਹੀਂ ਆਊਗੀ ਇਹ ਯੂਨੀਵਰਸਿਟੀ ਦੀ ਫਸਟ ਪ੍ਰਾਇੋਰਟੀ ਹੈ ਤੇ ਸਟੂਡੈਂਟ ਕਿਸੇ ਵੀ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰਨ ਦੀ ਪੈਨਿਕ ਨਾ ਕ੍ਰੀਏਟ ਕਰਨ ਆਪਦੇ ਦਿਮਾਗ ਤੇ ਬਿਲਕੁਲ ਵੀ ਟੈਂਸਡ ਨਾ ਹੋਣ। ਜੀ ਸਰ। ਤੇ ਸਰ ਕੀ ਕਹਿੰਦੇ ਆ ਜਿਵੇਂ ਅੱਜ ਕੱਲ ਜਿਹੜੇ ਫਾਈਨਲ ਈਅਰ ਦੇ ਕੋਰਸਸ ਨੇ ਜਿਵੇਂ ਹੋ ਗਏ ਇੰਜੀਨੀਅਰਿੰਗ ਦੇ MBA ਦੇ ਲਾਅ ਦੇ ਇਹਨਾਂ ਨੂੰ ਕੰਪਲਸਰੀ ਇੰਟਰਨਸ਼ਿਪ ਮਿਲਦੀ ਹੈ PU ਵੱਲੋਂ ਇਟਸੈਲਫ ਤੇ ਉਹਨਾਂ ਇੰਟਰਨਸ਼ਿਪਸ ਦਾ ਕੀ ਮੈਮ ਇੰਟਰਨਸ਼ਿਪਸ ਸਟੂਡੈਂਟਸ ਜਿਹੜੇ ਸੀਗੇ ਆਪਣਾ BTech ਦੇ MBA ਦੇ ਇਹ ਆਲਰੇਡੀ ਹੀ ਤੁਸੀਂ ਫਾਈਨਲ ਈਅਰ ਦੀ ਗੱਲ ਕਰ ਰਹੇ ਹੋ ਕਿ ਬਾਕੀ ਈਅਰਸ ਦੀ ਗੱਲ ਕਰ ਰਹੇ ਹੋ। ਫਾਈਨਲ ਈਅਰ 'ਚ ਇਹਨਾਂ ਨੂੰ ਮਿਲਦੀ ਹੈ ਇੱਕ ਇੰਟਰਨਸ਼ਿਪ ਮਿਲਦੀ ਹੈ ਜਿਹੜੀ ਕੰਪਲਸਰੀ ਇੰਟਰਨਸ਼ਿਪ ਹੁੰਦੀ ਹੈ ਉਸ ਇੰਟਰਨਸ਼ਿਪ ਦਾ ਕੀ ਕੀਤਾ ਜਾਊਗਾ
ਉਹਦੇ ਰਿਗਾਰਡਿੰਗ ਮੈਮ ਯੂਨੀਵਰਸਿਟੀ ਨੇ ਕਮੇਟੀ ਬਣਾਤੀ, ਉਹਦਾ ਵੀ ਪਲਾਨ ਰੈਡੀ ਕਰ ਰਹੀ ਹੈ, ਉਹਦਾ ਕੀ ਆਲਟਰਨੇਟਿਵ ਯੂਨੀਵਰਸਿਟੀ ਕੱਢ ਸਕਦੀ ਹੈ, ਉਹਦਾ ਬੈਸਟ ਪੋਸੀਬਲ ਉਹ ਕਮੇਟੀ ਜਲਦੀ ਮਿਲ ਕੇ ਆਨਲਾਈਨ ਤਰੀਕੇ ਨਾਲ ਉਸ ਇੰਟਰਨਸ਼ਿਪ ਨੂੰ ਕਰਵਾ ਰਹੀ ਹੈ। ਆਨਲਾਈਨ ਕਰਾਉਣ ਦੀ ਉਹਦੀ ਤਿਆਰੀ ਹੈ ਮੈਮ ਬੇਸਿਕਲੀ, ਵੈਸੇ ਤਾਂ ਉਸ ਇੰਟਰਨਸ਼ਿਪ ਨੂੰ ਵੀ ਆਨਲਾਈਨ ਸਟੂਡੈਂਟਸ ਨੂੰ ਕਰਾਈ ਜਾਵੇ, ਕਿਉਂਕਿ ਜਿਹੜਾ MCM ਵਾਲਾ ਮੈਂ ਤੁਸੀਂ ਕਹਿ ਰਹੇ ਹੋ ਮੇਰੇ ਖਿਆਲ ਤੋਂ ਸ਼ਾਇਦ ਉਹ ਆਨਲਾਈਨ ਇੰਟਰਨਸ਼ਿਪ ਦੀ ਗੱਲ ਨਾ ਹੋਵੇ। ਨਹੀਂ ਸਰ, ਉਹ ਇੰਟਰਨਸ਼ਿਪ ਦੀ ਗੱਲ ਨਹੀਂ, ਉਹ ਆਨਲਾਈਨ ਕੋਰਸਿਸ ਦੀ ਗੱਲ ਹੈ, ਕਾਫੀ ਡਿਫਰੈਂਟ ਹੋ ਗਿਆ ਇਹਦੇ ਤੋਂ। ਤੇ ਹਾਂਜੀ, ਔਰ ਇੱਕ ਹੋਰ ਪ੍ਰੋਬਲਮ ਆ ਰਹੀ ਹੈ, ਜਿਵੇਂ ਕਈ ਬੱਚਿਆਂ ਨੂੰ, ਕਈ ਸਟੂਡੈਂਟਸ ਨੂੰ, ਕਈ ਕਾਲਜਸ ਦੇ ਉਹਨਾਂ ਨੂੰ ਆਨਲਾਈਨ ਐਗਜ਼ਾਮਸ ਵਾਸਤੇ ਬਰਡਨ ਕੀਤਾ ਜਾ ਰਿਹਾ ਹੈ। ਇਹ ਆਨਲਾਈਨ ਐਗਜ਼ਾਮਸ ਕਿਵੇਂ, ਹੁਣ ਅਸੀਂ ਦੇਖ ਰਹੇ ਹਾਂ ਕਿ ਮਤਲਬ ਐਗਜ਼ਾਮਸ ਨੂੰ ਇੱਕ ਤਰਫ ਕਾਲਜ ਆਲਰੇਡੀ SOP, ਮਤਲਬ ਯੂਨੀਵਰਸਿਟੀ ਨੇ SOP ਕੱਢੀ ਹੈ ਤੇ ਯੂਨੀਵਰਸਿਟੀ ਇਹਨੂੰ ਕਰ ਰਹੀ ਹੈ, ਹਜੇ ਐਡਰੈਸ ਕਰ ਰਹੀ ਹੈ, ਇਟਸ ਸਟਿਲ ਇਨ ਦ ਪ੍ਰੋਸੀਜਰ ਆਫ ਐਡਰੈਸਿੰਗ ਇਟ। ਤਾਂ ਆਨਲਾਈਨ ਐਗਜ਼ਾਮਸ ਕਿਵੇਂ ਮਤਲਬ ਇਹ ਕਰ ਰਹੇ ਨੇ, ਹਾਊ ਕੈਨ ਦੇ ਆਸਕ ਫॉर ਆਨਲਾਈਨ ਐਗਜ਼ਾਮਸ? ਮੈਮ ਆਨਲਾਈਨ ਐਗਜ਼ਾਮਸ ਸਿਰਫ ਇੱਕ ਸਟੂਡੈਂਟਸ ਨੂੰ ਉਹ ਹੈ ਵੀ ਸਟੂਡੈਂਟਸ ਨਾਲ ਟੱਚ 'ਚ ਰਹਿਣ ਲਈ ਟੀਚਰ ਜਾਂ ਉਸ ਚੀਜ਼ ਨੂੰ ਕਰ ਰਹੇ ਨੇ। ਦੋ ਪੋਸੀਬਿਲਿਟੀਆਂ ਨੇ ਮੈਮ, ਜਾਂ ਤਾਂ ਦੇਖੋ ਜੇ ਮਾਹੌਲ ਨਾਰਮਲ ਹੁੰਦਾ ਹੈ, ਨਾਰਮਲਾਈਜ਼ ਹੁੰਦਾ ਹੈ, ਜੁਲਾਈ ਅਗਸਤ ਐਗਜ਼ਾਮਸ ਹੋਊਗੇ, ਜੇ ਨਹੀਂ ਹੁੰਦੇ ਤਾਂ ਜਿਹੜੀ ਇੰਟਰਨਲ ਅਸੈਸਮੈਂਟਸ ਵਗੈਰਾ ਨੇ, ਜਾਂ ਜਿਵੇਂ ਵੀ ਟੀਚਰਸ ਇਹ ਆਨਲਾਈਨ ਕੁਝ ਵੀ ਸਟੂਡੈਂਟਸ ਦਾ ਵਾਈਵਾ ਲੈ ਰਹੇ ਨੇ ਜਾਂ ਆਪਦਾ ਉਹ ਕਰ ਰਹੇ ਨੇ। ਤੇ ਦੂਜੀ ਚੀਜ਼ ਮੈਮ ਜਿਹੜੀ ਆ ਆਪਣਾ ਪੁਰਾਣੀ ਪਰਫਾਰਮੈਂਸ ਹੈ ਸਟੂਡੈਂਟਸ ਦੀ ਕਿਸੇ ਵੀ ਕੋਰਸ ਨੂੰ ਲੈ ਕੇ, ਉਸ ਚੀਜ਼ ਨੂੰ ਧਿਆਨ 'ਚ ਰੱਖਿਆ ਜਾਊਗਾ। ਇਹ ਸਟੂਡੈਂਟਸ ਨੂੰ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਮੈਂ। ਜੀ ਸਰ, ਇੱਕ ਹੋਰ ਕੁਐਸਚਨ ਸਰ, ਜਿਹੜੇ ਐਂਟਰੈਂਸ ਐਗਜ਼ਾਮਸ ਵਗੈਰਾ ਹੁੰਦੇ ਨੇ ਫॉर ਲਾਅ ਐਂਡ ਅਦਰ ਥਿੰਗਸ, ਤਾਂ ਉਹਦੇ ਵਾਸਤੇ ਕੀ ਸਿਸਟਮ ਨੇ ਹੁਣ? ਵੈਨ ਆਰ ਯੂ, ਉਹਦੇ ਫਾਰਮਸ ਕਦ ਰਿਲੀਜ਼ ਹੋ ਰਹੇ ਨੇ ਤੇ ਐਂਟਰੈਂਸ ਐਗਜ਼ਾਮਸ ਵਾਸਤੇ, ਔਰ ਇਹ ਐਗਜ਼ਾਮਸ ਕਦ ਕੰਡਕਟ ਹੋਣਗੇ? ਮੈਮ ਉਹਦੇ ਫਾਰਮਸ ਰਿਲੀਜ਼ ਆਲਰੇਡੀ ਹੋਏ ਵੇ ਨੇ ਤੇ ਉਹਦੀ ਡੇਟਸ ਵੀ ਦਿੱਤੀਆਂ ਗਈਆਂ ਨੇ, ਪਰ ਉਹ ਕੰਡਕਟ ਕਰਵਾਉਣਾ ਇਸ ਟਾਈਮ ਪੋਸੀਬਲ ਨਹੀਂ ਹੈ ਯੂਨੀਵਰਸਿਟੀ ਲਈ। ਤੇ ਉਹਦੇ ਰਿਗਾਰਡਿੰਗ ਯੂਨੀਵਰਸਿਟੀ ਬਹੁਤ ਜਲਦੀ ਡਿਸੀਜਨ ਲੈਣਾ ਚਾਹੁੰਦੀ ਹੈ ਵੀ ਬਾਏ ਚਾਂਸ ਵੀ ਜੇ ਮਾਹੌਲ ਨਹੀਂ ਨਾਰਮਲਾਈਜ਼ ਹੁੰਦਾ, ਜੁਲਾਈ ਤੱਕ ਐਟਮੋਸਫੇਅਰ ਨਹੀਂ ਸਹੀ ਹੁੰਦਾ ਆਪਣਾ ਚੰਡੀਗੜ੍ਹ 'ਚ ਜਾਂ ਦੇਸ਼ ਦੇ ਵਿੱਚ, ਤਾਂ ਯੂਨੀਵਰਸਿਟੀ ਜਿਵੇਂ ਕਿ ਪਹਿਲਾਂ ਹੁੰਦਾ ਸੀ ਵੀ ਮੈਰਿਟ ਬੇਸਿਸ ਐਡਮਿਸ਼ਨਸ ਕਰ ਸਕਦੀ ਹੈ ਹਰ ਇੱਕ ਕੋਰਸ 'ਚ। ਓਕੇ, ਤੇ ਸਰ ਇੱਕ ਹੋਰ ਗੱਲ ਹੈ, ਜਿਹੜੇ ਐਗਜ਼ਾਮੀਨੇਸ਼ਨ ਫੀ ਹੈ ਹੁਣ ਆਨਲਾਈਨ ਆਉਣ ਲੱਗੀ ਹੈ, ਸਟੂਡੈਂਟਸ ਮਤਲਬ ਪੇ ਕਰ ਸਕਦੇ ਆਨਲਾਈਨ ਐਗਜ਼ਾਮੀਨੇਸ਼ਨ ਫੀ, ਲੇਕਿਨ ਉਹਦੇ ਉੱਪਰ ਕਾਫੀ ਜ਼ਿਆਦਾ ਉਹ ਲਾਇਆ ਜਾ ਰਿਹਾ ਹੈ, ਲੇਟ ਫੀ ਦੇ ਕਰਕੇ ਕਾਫੀ ਫਾਈਨ ਇੰਪੋਜ਼ ਕੀਤਾ ਜਾ ਰਿਹਾ ਹੈ, ਜਿਹੜਾ ਸਟਾਰਟਿੰਗ ਹੀ 6, 6.5, 7,000 ਤੋਂ ਹੋ ਰਹੀ ਹੈ। ਤੇ ਇਹਨੂੰ ਕਿਵੇਂ, ਮਤਲਬ ਜਦ ਸਟੂਡੈਂਟਸ ਉੱਥੇ ਸੀਗੇ ਹੀ ਨਹੀਂ ਔਰ ਉਹ ਪੇ ਨਹੀਂ ਕਰ ਸਕਦੇ ਸੀਗੇ, ਤਾਂ ਉਹਨਾਂ ਤੇ ਇੰਨੀ ਫਾਈਨ ਕਿਵੇਂ ਇੰਪੋਜ਼ ਕਰ ਸਕਦੇ ਕਾਲਜ ਵਾਲੇ? ਮੈਮ ਇਸ ਚੀਜ਼ ਦੇ ਰਿਗਾਰਡਿੰਗ ਅਸੀਂ ਗੱਲ ਕੀਤੀ ਸੀ, 5 ਮਾਰਚ ਮੇਰੇ ਖਿਆਲ ਤੋਂ ਲਾਸਟ ਡੇਟ ਸੀਗੀ, 5 ਮਾਰਚ ਤੋਂ ਪਹਿਲਾਂ ਫੀਸ ਸਬਮਿਟ ਕਰਨ ਦੀ ਵਿਦਆਊਟ ਲੇਟ ਫਾਈਨ ਕਿਸੇ ਵੀ ਕੋਰਸ ਦੀ, ਜਿਹੜਾ ਕਿ ਯੂਨੀਵਰਸਿਟੀ ਨੇ ਡੇਟਸ ਕੱਢੀਆਂ ਸੀ ਇਸ ਸਾਲ ਐਗਜ਼ਾਮੀਨੇਸ਼ਨ ਫੀਸ ਨੂੰ ਭਰਨ ਦੀ। ਤੇ ਉਹ ਤੋਂ ਬਾਅਦ 10 ਦਿਨ ਸੀਗੇ ਸਟੂਡੈਂਟਸ ਕੋਲ ਫੀਸ ਜਮ੍ਹਾਂ ਕਰਾਉਣ ਲਈ, ਜਦੋਂ ਕਿ ਫਾਈਨ ਚੱਲ ਰਿਹਾ ਸੀ। 15 ਮਾਰਚ ਤੋਂ ਬਾਅਦ ਫਾਈਨ 6,000 ਹੋਇਆ ਤੇ ਯੂਨੀਵਰਸਿਟੀ ਦਾ ਕਹਿਣਾ ਵੀ ਅਸੀਂ ਉੱਥੋਂ ਹੀ ਸਟਾਰਟ ਕੀਤਾ ਦੁਬਾਰਾ। ਬਟ ਮੈਮ ਲੈਟਰ ਵੀ ਦਿੱਤੀ ਹੈ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨੂੰ, VC ਸਰ ਨੂੰ, ਜਿਹੜੇ ਸਟੂਡੈਂਟਸ ਨੇ ਲਾਕਡਾਊਨ ਦੇ ਪੀਰੀਅਡ 'ਚ ਆਪਦੇ ਫਾਰਮ ਭਰੇ ਨੇ ਕਿਸੇ ਵੀ ਤਰ੍ਹਾਂ ਦਾ, ਆਪਦਾ ਕਿਸੇ ਵੀ ਕੋਰਸ ਦਾ ਉਹਨਾਂ ਨੇ ਫਾਰਮ ਭਰਿਆ, ਉਹਨਾਂ ਨੂੰ 1 ਰੁਪਿਆ ਵੀ ਲੇਟ ਫੀਸ ਨਹੀਂ ਲੱਗੂਗੀ ਤੇ ਯੂਨੀਵਰਸਿਟੀ ਉਹਨੂੰ ਵੇਵ ਆਫ ਕਰ ਰਹੀ ਹੈ। ਜੀ ਸਰ, ਆਖਰੀ ਕੁਐਸਚਨ ਸਰ, ਇਹ ਵੀ ਇੱਕ ਸਟੂਡੈਂਟ ਕੁਐਰੀ ਹੀ ਹੈਗੀ ਹੈ। ਅਕੋਰਡਿੰਗ ਟੂ ਦ ਪ੍ਰੈਜ਼ੀਡੈਂਸ਼ੀਅਲ ਟੈਨਿਓਰ ਜਿਹੜਾ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਦਾ, ਉਹ 31 ਮਈ ਨੂੰ ਖਤਮ ਹੋ ਜਾਂਦਾ ਹੈ, ਤਾਂ ਤੁਹਾਡੇ ਟੈਨਿਓਰ ਦਾ ਕਿਵੇਂ ਸਿਸਟਮ ਹੈ ਕਿ ਹਾਊ ਆਰ ਵੀ ਗੋਇੰਗ? ਮੈਮ ਜਿਹੜਾ ਵੀ ਹਰ ਸਾਲ ਯੂਨੀਵਰਸਿਟੀ ਦਾ ਟੈਨਿਓਰ ਹੁੰਦਾ ਹੈ ਸਟੂਡੈਂਟ ਕਾਉਂਸਲ ਦਾ, ਉਹ ਸੈਸ਼ਨ ਦਾ ਹੁੰਦਾ ਹੈ। ਜਿਵੇਂ ਕਿ ਸਾਡਾ 2019-20 ਸੈਸ਼ਨ ਦਾ ਟੈਨਿਓਰ ਹੈ ਤੇ ਸੈਸ਼ਨ ਅਜੇ ਤੱਕ ਐਂਡ ਨਹੀਂ ਕੀਤਾ ਯੂਨੀਵਰਸਿਟੀ ਨੇ। ਯੂਨੀਵਰਸਿਟੀ ਦਾ ਆਪਦਾ ਕਹਿਣਾ ਹੈ ਵੀ ਸਾਨੂੰ ਵੀ ਸਟੂਡੈਂਟ ਰਿਪਰੈਜ਼ੈਂਟੇਸ਼ਨ ਤਾਂ ਸਟੂਡੈਂਟਸ ਨੂੰ ਚਾਹੀਦੀ ਹੈ ਕਿਸੇ ਨਾ ਕਿਸੇ ਵੇ ਨਾਲ, ਤੇ ਇਸ ਲਈ ਸਾਡੀ ਜਦੋਂ ਤੱਕ ਇਹ ਸੈਸ਼ਨ ਐਂਡ ਨਹੀਂ ਹੁੰਦਾ ਜਾਂ ਇਨ ਫਿਊਚਰ ਜੋ ਵੀ ਯੂਨੀਵਰਸਿਟੀ ਡਿਸੀਜਨ ਲੈਂਦੀ ਹੈ ਕਾਉਂਸਲ ਨੂੰ ਲੈ ਕੇ, ਉਹਦੇ ਅਕੋਰਡਿੰਗ ਹੀ ਚੱਲਾਂਗੇ। ਬਟ ਫਸਟ ਆਫ ਆਲ ਜਦੋਂ ਤੱਕ ਸੈਸ਼ਨ ਐਂਡ ਨਹੀਂ ਹੁੰਦਾ ਉਦੋਂ ਤੱਕ ਤਾਂ ਸਟੂਡੈਂਟ ਕਾਉਂਸਲ ਮੈਮ ਰਹਿੰਦੀ ਹੈ। ਜੀ ਸਰ, ਥੈਂਕ ਯੂ ਸੋ ਮਚ। ਤੁਹਾਡਾ ਕੋਈ ਮੈਸੇਜ ਸਾਰੇ ਸਟੂਡੈਂਟਸ ਨੂੰ, ਸਾਰੇ ਵਿਊਅਰਸ ਨੂੰ ਜਿਹੜੇ ਇਸ ਟਾਈਮ ਤੁਹਾਨੂੰ ਦੇਖ ਰਹੇ ਨੇ ਜਾਂ ਹੁਣ ਦੇਖਣਗੇ, ਤੇ ਉਹਨਾਂ ਵਾਸਤੇ ਕੋਈ ਮੈਸੇਜ, ਕੁਝ ਵੀ ਤੁਸੀਂ ਕਹਿਣਾ ਚਾਹੋ ਸਰ ਪਲੀਜ਼? ਮੈਮ ਮੈਂ ਉਹੀ ਮੈਸੇਜ ਦੇਣਾ ਚਾਹੁੰਦਾ ਸਾਰੇ ਸਟੂਡੈਂਟਸ ਨੂੰ, ਮੈਂ ਵਧਾਈ ਦੇਣਾ ਚਾਹੁੰਦਾ ਵੀ ਐਵੇਂ ਦੇ ਪੈਂਡੇਮਿਕ ਦੇ ਟਾਈਮ 'ਚ ਜਿਹੜਾ ਇੱਕ ਸਟੂਡੈਂਟ ਕਮਿਊਨਿਟੀ ਨੇ ਇਕੱਠੇ ਹੋ ਕੇ ਇਸ ਚੀਜ਼ ਨੂੰ ਫੇਸ ਕੀਤਾ ਹੈ ਤੇ ਲੜੇ ਨੇ ਇਸ ਚੀਜ਼ ਦੇ ਖਿਲਾਫ। ਇੱਕ ਆਪਦੀ ਮਾਨਸਿਕ ਮੈਂਟੈਲਿਟੀ ਦੇ ਨਾਲ ਜਿਹੜੇ ਸਟੂਡੈਂਟਸ ਨੇ ਆਪਣਾ ਕੀ ਕਹਿੰਦੇ ਬੜੇ ਤਗੜੇ ਹੋ ਕੇ ਰਹੇ ਨੇ, ਵੀ ਪੈਨਿਕ ਨਹੀਂ ਕ੍ਰੀਏਟ ਕੀਤਾ ਐਵੇਂ ਦੇ ਟਾਈਮ 'ਚ, ਸਪੈਸ਼ਲੀ ਫਾਈਨਲ ਈਅਰ ਵਾਲੇ ਜਿਨ੍ਹਾਂ ਦਾ ਕਿ ਡਿਸਾਈਡਿੰਗ ਈਅਰ ਹੁੰਦਾ ਅੱਗੇ ਵੀ ਉਹਨਾਂ ਨੇ ਕੀ ਕਰਨਾ। ਤੇ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ, ਜਿਵੇਂ ਹੁਣ ਤੱਕ ਤੁਸੀਂ ਵੀ ਇਸ ਚੀਜ਼ ਨਾਲ ਲੜੇ ਹੋ ਜਾਂ ਇਸ ਚੀਜ਼ ਨੂੰ ਟੈਕਲ ਕੀਤਾ ਹੈ, ਉਵੇਂ ਇਨ ਫਿਊਚਰ ਕਰੋ। ਪਲੱਸ ਮੈਂ ਤੁਹਾਡਾ ਪੀਯੂ ਮੇਰਾ ਦਾ ਬਹੁਤ ਥੈਂਕਸ ਕਰਨਾ ਚਾਹੁੰਦਾ ਵੀ ਤੁਸੀਂ ਸਟੂਡੈਂਟਸ ਨਾਲ ਮੈਨੂੰ ਰੂਬਰੂ ਹੋਣ ਦਾ ਅੱਜ ਮੌਕਾ ਦਿੱਤਾ। ਥੈਂਕ ਯੂ ਮੈਮ। ਜੀ ਥੈਂਕ ਯੂ ਸੋ ਮਚ ਸਰ।
मैं ਹੁਣ ਤੁਹਾਨੂੰ ਕਾਲ ਕੱਟ ਕਰ ਰਹੀ ਹਾਂ ਥੈਂਕ ਯੂ ਓਕੇ ਮੈਮ ਥੈਂਕ ਯੂ ਸੋ ਮਚ ਫॉर बीइंग ऑनलाइन सर थैंक यू ਓਕੇ well thank you everyone thank you for joining us today for this live TV and please stay connected with us and any more questions or any more queries if there's another live session that we can go along on we will surely take care of it and please everybody whose queries who the mostly all the queries were addressed and who thinks that their queries were not addressed you can totally question us again on our official site and also please go through it and the exam queries have been quite they've been addressed quite in a detail so maybe you will all have your answers in this live session itself. With that, thank you so much everybody. Thank you for being with us. This is me, Deep Kaur Broy, signing off with PU Mirror. Thank you so much.